ਇਹ ਬੇਵਕੂਫੀ ਦੀ ਗੱਲ ਇਹ ਆ ਕਿ ਕੈਨੇਡੀਅਨ ਹੀ ਆਪਣੇ ਰਿਸੋਰਸਿਸ ਨੂੰ ਐਲਬਰਟਨ ਦੇ ਰਿਸੋਰਸਿਸ ਸਮਝਦੇ ਨੇ। ਸਾਊਦੀ ਅਰੇਬੀਆ ਨੂੰ ਕੋਈ ਨਹੀਂ ਕਹਿੰਦਾ ਪ੍ਰੋਡਕਸ਼ਨ ਘੱਟ ਕਰੋ, ਰਸ਼ੀਆ ਨੂੰ ਘੱਟ ਕੋਈ ਨਾ ਕਰੋ, ਅਮਰੀਕਾ ਨੂੰ ਨਾ ਘੱਟ ਕਰੋ। ਅਸੀਂ ਆਪ ਦੇ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਕਿਉਂ ਛੱਡ ਦਈਏ? 2040 ਦੇ ਵਿੱਚ $40 ਮਿਲੀਅਨ 70 ਮਿਲੀਅਨ ਬੈਰਲ ਹੋਣੀ ਚਾਹੀਦੀ ਹੈ ਡਿਮਾਂਡ। ਉਹ ਡਿਮਾਂਡ ਦੇ ਵਿੱਚ ਅਸੀਂ ਚੌਥਾ ਹਿੱਸਾ ਬਣਨਾ ਚਾਹੁੰਦੇ ਹਾਂ, ਤੀਜਾ ਪ੍ਰੋਡਕਸ਼ਨ ਅਸੀਂ ਕਿਉਂ ਛੱਡ ਦਈਏ? ਜਿਹੜੇ ਬੰਦੇ ਇੱਥੇ ਆ ਕੇ এনवायरमेंटਲਿਸਟ ਸਾਨੂੰ ਲੈਕਚਰ ਦਿੰਦੇ ਨੇ ਕਿ ਤੁਹਾਨੂੰ ਆਹ ਹਵਾ ਦੀ ਲੋੜ ਆ, ਤੁਹਾਨੂੰ ਸੂਬੇ ਦੀ ਲੋੜ ਆ, ਉਹਨਾਂ ਨੂੰ ਇੱਕੋ ਹੀ ਮੈਸੇਜ ਆ ਕਿ ਸਾਨੂੰ ਥੋਤੋਂ ਲੈਕਚਰ ਲੈਣ ਦੀ ਲੋੜ ਨਹੀਂ ਹੈਗੀ। ਉਹਨਾਂ ਨੂੰ ਸਾਊਦੀ ਅਰੇਬੀਆ 'ਚ ਕਰ ਰਹੇ ਆ, ਉਹ ਟੇਕ ਦੇ ਪੈਸੇ ਮੈਂ ਦਊਂਗਾ, ਇੱਥੇ ਰੌਲਾ ਨਹੀਂ ਪਾਉਣਾ, ਉੱਥੇ ਰੌਲਾ ਪਾਓ। ਤੁਹਾਨੂੰ ਦੱਸਣਗੇ ਉਹ ਡਿਟੈਕਟਰ ਕਿ ਮੇਰਾ ਹੁੰਦਾ, ਯਾਨੀ ਮੈਂ ਸੱਚੀ ਗੱਲ ਦੱਸਦਾ, ਅੱਜ ਤੱਕ ਸਾਊਦੀ ਅਰੇਬੀਆ ਦੇ ਵਿੱਚ ਇਹ ਕੋਈ ਜਿਹੜੇ ਲੈਫਟ ਵਾਲੇ ਜਿਹੜੇ ਤੁਰੇ ਫਿਰਦੇ ਨੇ ਨਾ, ਇਹਨਾਂ ਨੇ ਇੱਕ ਵੀ ਪ੍ਰਦਰਸ਼ਨ ਨਹੀਂ ਕੀਤਾ, ਰਸ਼ੀਆ ਦੇ ਵਿੱਚ ਨਹੀਂ ਕੀਤਾ। ਤੁਹਾਨੂੰ ਉਹ ਮੁਲਕ ਦੱਸਣਗੇ ਵੀ ਸਾਡੇ ਉਹਨਾਂ ਦੇ ਰਿਸੋਰਸਿਸ ਨੂੰ ਖਰਾਬ ਕਰਨ ਦਾ ਕੀ ਫਰਜ਼ ਹੁੰਦਾ। ਜਗ ਪੰਜਾਬੀ ਟੀਵੀ ਵੇਖਣ ਵਾਲੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਸਤਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਮੇਰੇ ਨਾਲ ਅੱਜ ਖਾਸ ਗੱਲਬਾਤ ਵਾਸਤੇ ਹਾਜ਼ਰ ਹਨ ਜੀ ਸਾਡੇ ਇਲਾਕੇ ਦੇ MLA ਸਰਦਾਰ ਦਵਿੰਦਰ ਸਿੰਘ ਤੂਰ ਜੀ। ਤੇ ਤੂਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਤੁਹਾਡੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਹੁਣ ਜਿਵੇਂ ਆਪਾਂ ਮਤਲਬ ਇੱਕ ਗਲਤ ਜਿਹੇ ਟਾਈਮ 'ਤੇ ਮਿਲ ਰਹੇ ਹੈਗੇ ਆ, ਹੈ ਨਾ, ਜਦੋਂ ਤੁਸੀਂ MLA ਮਿਲੇ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ ਹੈਗੀ, ਕੁਛ ਗੱਲਾਂ ਉਹ ਵੀ ਓਵਰਲੈਪ ਕਰ ਜਾਣੀਆਂ ਕਿਉਂਕਿ ਮੇਰੇ ਮਨ 'ਚ ਹੁੰਦੀਆਂ ਹੈਗੀਆਂ ਵੀ ਆਪਾਂ ਪੁੱਛਾਂਗੇ ਜਦੋਂ ਮਿਲਣਗੇ, ਹੈ ਨਾ। ਪਰ ਆਪਾਂ ਕਰੋਨਾ ਵਾਇਰਸ ਤੋਂ ਸ਼ੁਰੂ ਕਰਦੇ ਹੈਗੇ, COVID-19, ਹੈ ਨਾ। ਅਤੇ ਕਿਸ ਤਰ੍ਹਾਂ ਦੇ ਹਾਲਾਤ, ਕਿਉਂਕਿ ਹੁਣ ਕੁਛ ਲੋਕ ਕਹਿੰਦੇ ਹੈਗੇ ਨੇ ਸਰਕਾਰ ਖਾਹ-ਮਖਾਈ ਸਾਨੂੰ ਅੰਦਰ ਬੰਦ ਕੀਤਾ ਹੋਇਆ ਹੈਗਾ ਵੀ ਕੋਈ ਐਡੀ ਕੋਈ ਗੱਲ ਨਹੀਂ ਹੈਗੀ। ਇੱਕ ਇਹ ਵੀ ਮੈਂ ਥਿਊਰੀ ਆ ਰਹੀ ਹੈਗੀ ਕਿ ਲੋਕਾਂ ਨੂੰ ਐਵੇਂ ਡਰਾਇਆ ਜਾ ਰਿਹਾ ਹੈਗਾ ਬਾਕੀ ਮੁੱਦਿਆਂ 'ਤੇ ਭੜਕਾਉਣ ਵਾਸਤੇ। ਕੱਲਾ ਅਲਬਰਟਾ ਕੈਨੇਡਾ ਦੀ ਨਹੀਂ ਗੱਲ, ਪੂਰੇ ਵਰਲਡ 'ਚ ਮਤਲਬ ਇੱਕ ਥਿਊਰੀ ਜੀ ਚੱਲਦੀ ਹੈਗੀ ਆ। ਕੁਛ ਲੋਕ ਕਹਿੰਦੇ ਨੇ ਕਿ ਇਹੋ ਹੀ ਬਚਾਅ ਹੈਗਾ ਕਿ ਜੇ ਆਪਾਂ ਘਰ ਰਹੀਏ ਤਾਂ ਸਭ ਤੋਂ ਵੱਡਾ ਇਲਾਜ ਇਹਦਾ COVID-19 ਦਾ ਇਹੋ ਹੀ ਹੈ ਕਿ ਆਪਾਂ ਅਗਰ ਘਰ ਰਹੀਏ ਤਾਂ, ਹੈ ਨਾ। ਇਹ ਸਾਡੀਆਂ ਜੋ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਪਬਲਿਕਲੀ ਉਹਦੇ ਹਿਸਾਬ ਨਾਲ ਅਸੀਂ ਆਪਣੀ ਜਿਹੜੇ ਵਿਚਾਰ ਬਣਾਉਂਦੇ ਹਾਂ। ਪਰ ਐਕਚੁਅਲੀ ਤੁਸੀਂ ਹੁਣ ਸਰਕਾਰ ਦੇ ਵਿੱਚ ਹੈਗੇ ਹੋ, ਵਾਟ ਇਜ਼ ਦਾ ਐਗਜ਼ੈਕਟ ਪੋਜੀਸ਼ਨ ਕੀ ਹੈਗੀ ਹੈ, ਕਿ ਅਸਲੀਅਤ ਕੀ ਹੈਗੀ ਹੈ, ਵੀ ਕਿੰਨਾ ਕੁ ਖਤਰਨਾਕ ਜਿਹੜੀ ਚੀਜ਼ ਹੈਗੀ ਹੈ? ਦੇਖੋ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿ ਜਿਹੜੇ ਅਸੀਂ ਇੱਕ ਮੁਸ਼ਕਲ ਹਾਲਤ ਦੇ ਵਿੱਚੋਂ ਅਲਬਰਟਾ 'ਚੋਂ ਲੰਘ ਰਹੇ ਹਾਂ। ਸਥਿਤੀ ਗੰਭੀਰ ਇਸ ਕਰਕੇ ਆ ਕਿਉਂਕਿ ਸਾਡੀ ਇਕੋਨਮੀ ਪਹਿਲਾਂ ਸਲੋ ਸੀ, ਉਸ ਤੋਂ ਬਾਅਦ ਇੱਕ ਹੈਲਥ ਕ੍ਰਾਈਸਿਸ ਆ ਰਿਹਾ, ਉਸ ਤੋਂ ਬਾਅਦ ਜਿਹੜਾ ਕੁਛ ਹੋ ਰਿਹਾ, ਸਾਡੇ ਕੋਲ 3 ਤਰ੍ਹਾਂ ਦੇ ਕ੍ਰਾਈਸਿਸ ਨੇ। ਪਰ ਸਾਡਾ ਜਿਹੜਾ ਹੈਲਥ ਦਾ ਕ੍ਰਾਈਸਿਸ ਆ, ਸਿਹਤ ਸੰਬੰਧੀ ਕੋਈ ਵੀ ਗੱਲ ਆ, ਉਸ ਦੇ ਬਾਰੇ ਸਿਹਤ ਜਿਹੜੀ ਆਪਣੀ ਸਰਕਾਰ ਆ ਉਸਦਾ ਸਾਰਾ ਹੀ ਉੱਧਰ ਮੰਨ ਗਿਆ ਵੀ ਕਿਸੇ ਤਰੀਕੇ ਨਾਲ ਲੋਕਾਂ ਨੂੰ ਜਿਹੜੀ ਸਿਹਤ ਦੀ ਜਿਹੜੀ ਲੋਕਾਂ ਦੀ ਪ੍ਰੋਬਲਮ ਆਈ ਹੋਈ ਹੈ ਜਿਹੜੀ ਕਰੋਨਾ ਵਾਇਰਸ ਦੀ, ਉਸ ਤੋਂ ਕਿਵੇਂ ਬਚਾਇਆ ਜਾਵੇ। ਹੁਣ ਤੱਕ ਕੀ ਹੋਇਆ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਜਦੋਂ ਤੋਂ ਆਲਮੋਸਟ ਦਸੰਬਰ ਦੀ ਗੱਲ ਆ, ਜਦੋਂ ਚਾਈਨਾ ਦੇ ਵਿੱਚ ਇਹ ਸ਼ੁਰੂ ਹੋਇਆ ਸੀ, ਸਾਡੇ ਐਕਚੁਅਲੀ AHS ਦੀ ਸਰਾਹਨਾ ਕਰਨੀ ਪਊਗੀ ਮੈਨੂੰ। ਉਹਨਾਂ ਨੇ ਇਹ ਗੱਲ ਉਦੋਂ ਹੀ ਭਾਂਪ ਲਈ ਸੀ ਵੀ ਜੇ ਇਹ ਨੌਬਤ ਆਈ ਤਾਂ ਸਾਡੇ ਕੋਲ ਜਿਹੜੇ ਇਕਵਿਪਮੈਂਟ ਆ ਜਾਂ ਆਪਾਂ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਵੀ ਕਹਿੰਦੇ ਆ, ਉਸ ਦੀ ਕੋਈ ਸ਼ਾਰਟੇਜ ਨਾ ਆਵੇ। ਸਾਡੇ ਕੋਲ 9 ਵੇਅਰ ਹਾਊਸ ਸੀਗੇ, ਪੂਰੇ ਫੁੱਲ ਸੀਗੇ। ਜੇ ਇਹ ਪੈਂਡੇਮਿਕ ਵੱਧਦਾ ਤਾਂ ਘੱਟੋ ਘੱਟ ਸਾਡੇ ਕੋਲ ਜਿਹੜੀ ਸੇਵਾਵਾਂ ਤਾਂ ਹੈਗੀਆਂ ਨੇ, ਜਿਹੜਾ ਹੈਲਥ ਕੇਅਰ ਦਾ ਸੈਂਟਰ ਵੱਡਾ ਹੀ ਹੈਗਾ, ਉਹ ਵੀ ਵਧੀਆ ਹੋਵੇ। ਉਦੋਂ ਬਾਅਦ ਦੇਖੋ ਹੁਣ ਕਈ ਲੋਕ ਕਹਿੰਦੇ ਨੇ ਵੀ ਇਹ ਵੈਸਟਰਨ ਮੁਲਕਾਂ ਲਈ ਜਿਹੜਾ ਪੈਂਡੇਮਿਕ ਹੈ ਇੱਕ ਨਵੀਂ ਚੀਜ਼ ਆ, ਇੱਕ ਆਲ ਓਵਰ ਦੀ ਵਰਲਡ ਫੈਲ ਜਾਣਾ। ਤੇ ਅੱਗੇ ਹੁੰਦਾ ਸੀ ਜੇ ਕੋਈ ਕਿਸੇ ਰੀਜਨਲ ਕੰਟਰੀ ਦੀ ਪ੍ਰੋਬਲਮ ਹੁੰਦੀ ਸੀ, ਦੂਜੇ ਦੇਸ਼ ਜਾ ਕੇ ਉਹਨਾਂ ਦੀ ਮਦਦ ਵੀ ਕਰ ਦਿੰਦੇ ਸੀ। ਪਰ ਹੁਣ ਸਾਰੇ ਦੇ ਸਾਰੇ ਦੇਸ਼ ਹੀ ਇਸ ਵਿੱਚ ਫਸ ਚੁੱਕੇ ਨੇ, ਉਸ ਦਾ ਕੋਈ ਬਾਰਡਰ ਨਹੀਂ ਹੈਗਾ। ਜਦੋਂ ਤੋਂ ਚਾਈਨਾ ਤੋਂ ਬਾਅਦ ਵਧਿਆ ਤੇ ਹੁਣ ਸਾਰੇ ਯੂਰਪੀਅਨ ਕੰਟਰੀਜ਼ ਤੇ ਅਫਰੀਕਨ ਕੰਟਰੀਜ਼ ਤੋਂ ਬਾਅਦ ਨਾਰਥ ਅਮਰੀਕਨ ਸਾਰੇ ਵਿੱਚ ਆ ਗਏ ਨੇ। ਹੁਣ ਸਾਨੂੰ ਪਹਿਲਾਂ ਲੋਕੀ ਕਹਿ ਰਹੇ ਸੀ ਕਿ ਤੁਹਾਨੂੰ ਜੀ ਬਿਲਕੁਲ ਹੀ ਬਾਰਡਰ ਬੰਦ ਕਰ ਦੇਣੇ ਚਾਹੀਦੇ ਸੀ। ਉਸ ਵੇਲੇ ਹੁਣ ਮੈਂ ਸੋਚ ਰਿਹਾ ਕਿ ਸਾਡੇ ਅਲਬਰਟਾ ਦੇ ਵਿੱਚ 2 ਇੰਟਰਨੈਸ਼ਨਲ 에ਅਰਪੋਰਟ ਨੇ, ਕੈਲਗਰੀ ਦਾ ਤੇ ਐਡਮਿੰਟਨ ਦਾ। ਅਸੀਂ ਸੋਚਦੇ ਸੀ ਕਿ ਉਹ ਫੈਡਰਲ ਜੁਰਿਸਡਿਕਸ਼ਨ ਆ, ਜਿਹੜੀ ਕ੍ਰਾਸ ਬਾਰਡਰ ਜਿਹੜੀ ਹੁੰਦੀ ਹੈ ਉਹ ਫੈਡਰਲ ਜੁਰਿਸਡਿਕਸ਼ਨ ਆ। ਉਸ ਵੇਲੇ ਜਿਹੜੇ ਬਾਰਡਰ ਨਹੀਂ ਹੋਏ ਤਾਂ ਸਾਡਾ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਕੈਲਗਰੀ ਦਾ ਉਹ ਥੋੜ੍ਹਾ ਜਿਹਾ ਬਿਜ਼ੀ ਸੀ। ਕਿਸੇ ਨਾ ਕਿਸੇ ਕਾਰਨ ਮੈਨੂੰ ਇਹ ਵੀ ਲੱਗਦਾ ਕਿ ਕੈਲਗਰੀ ਦੇ ਵਿੱਚ ਜ਼ਿਆਦਾ ਜਿਹੜੇ ਕੇਸ ਆਏ ਨੇ ਕੰਪੇਅਰ ਟੂ ਐਡਮਿੰਟਨ, ਉਸ ਦਾ ਰੀਜ਼ਨ ਵੀ ਟਰਾਂਸਮਿਸ਼ਨ ਦਾ ਇਹੀ ਹੋ ਸਕਦਾ। ਦੂਜੇ ਪਾਸੇ ਤੁਸੀਂ ਪੁੱਛੋਗੇ ਵੀ ਹੁਣ ਸਥਿਤੀ ਕੀ ਹੈ? ਬਿਲਕੁਲ ਸਥਿਤੀ ਇਹ ਆ ਕਿ ਇਸ ਦਾ ਕੋਈ ਇਲਾਜ ਤਾਂ ਹੈ ਨਹੀਂ, ਹਜੇ ਤੱਕ ਇਹਦੇ ਪ੍ਰੀਵੈਂਟਿਵ ਮੈਜ਼ਰ ਨਹੀਂ ਹੈਗੇ। ਪ੍ਰੀਵੈਂਟਿਵ ਮੈਜ਼ਰ ਜਿਹੜੇ ਨੇ ਸਿਰਫ ਇੱਕ ਲੋਕਾਂ ਦਾ ਡਿਸਿਪਲਿਨ ਆ। ਸਰਕਾਰਾਂ ਕਿਹੋ ਜਿਹਾ ਡਿਸਿਪਲਿਨ ਲੈ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਐਕਚੁਅਲੀ ਸਿਟੀਜ਼ਨਸ ਨੇ
ਜੇ ਕਿਸੇ ਸ਼ਹਿਰ ਦੇ ਹੋਣ, ਕਿਸੇ ਸੂਬੇ ਦੇ ਹੋਣ ਜਾਂ ਕਿਸੇ ਦੇਸ਼ ਦੇ ਹੋਣ, ਉਹ ਡਿਸਪਲਿਨ ਲਈ ਉਹਨਾਂ ਨੂੰ ਆਪਣਾ ਲਾਈਫ ਸਟਾਈਲ ਸੈਕਰੀਫਾਈਸ ਕਰਨਾ ਪੈ ਰਿਹਾ। ਜਿਵੇਂ ਤੁਸੀਂ ਕਿਹਾ ਵੀ ਘਰਾਂ ਦੇ ਵਿੱਚ ਬੰਦ ਨੇ, ਕਈ ਦੇਸ਼ਾਂ ਨੇ ਟੋਟਲੀ ਲਾਕਡਾਊਨ ਕੀਤਾ ਹੋਇਆ, ਕਈ ਲੋਕਾਂ ਨੇ ਐਸੈਂਸ਼ੀਅਲ ਸਰਵਿਸਿਜ਼ ਚਲਾਈਆਂ ਹੋਈਆਂ ਨੇ, ਕਈ ਲੋਕਾਂ ਨੇ ਨਹੀਂ ਨਾਨ ਐਸੈਂਸ਼ੀਅਲ ਸਰਵਿਸਿਜ਼ ਨਹੀਂ ਚਲਾਈਆਂ। ਜੇ ਆਪਾਂ ਅਲਬਰਟਾ ਸੂਬੇ ਦੀ ਗੱਲ ਕੀਤੀ ਜਾਵੇ, ਦੂਜੇ ਸੂਬਿਆਂ ਦੇ ਮੁਤਾਬਕ ਅਸੀਂ ਕਾਫੀ ਸੇਵਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਓਪਨ ਰੱਖੀਆਂ ਹੋਈਆਂ ਨੇ ਜੀ। ਉਸ ਦੇ ਵਿੱਚ ਕਾਮਯਾਬ ਹੋਏ ਆ, ਬਿਲਕੁਲ ਕਾਮਯਾਬ ਹੋਏ ਆ, ਪਰ ਸੈਲੀਬ੍ਰੇਟ ਕਰਨ ਦਾ ਟਾਈਮ ਨਹੀਂ ਹੈਗਾ, ਕਿਉਂਕਿ ਇਸ ਸਥਿਤੀ ਦੇ ਬਾਰੇ ਸਾਨੂੰ ਹਜੇ ਇਹ ਵੀ ਨਹੀਂ ਪਤਾ ਵੀ ਇਹ ਖਰਾਬ ਹੋ ਸਕਦੀ ਆ ਤੇ ਕਦੋਂ ਹੋਊਗੀ। ਪਰ ਹੁਣ ਮੈਨੂੰ ਤੁਹਾਨੂੰ ਲੱਗਦਾ ਕਿ ਕੰਟਰੋਲ ਦੇ ਵਿੱਚ ਹੈਗੀ ਆ ਕਿ ਜਿਸ ਤਰ੍ਹਾਂ ਵੀ ਜਿੰਨੇ ਕੁ ਬੰਦਿਆਂ ਨੂੰ ਵੀ COVID-19 ਇਫੈਕਟਡ ਹੈਗੇ ਆ ਨਾ, ਉਹਦੇ ਨਾਲ ਜਿਹੜੇ ਹੈਗੇ ਇਨਫੈਕਸ਼ਨ ਉਹਨਾਂ ਨੂੰ ਹੋ ਚੁੱਕੀ ਹੈਗੀ ਆ, ਕੀ ਅਸੀਂ ਉਹ ਸਾਰੇ ਆਇਡੈਂਟੀਫਾਈ ਹੁਣ ਤੱਕ ਕਰ ਚੁੱਕੇ ਹੈਗੇ ਕਿ ਨਹੀਂ ਅਜੇ ਤੱਕ ਵੀ ਜਿਹੜੀ ਹੈਗੀ ਕਿ ਅਨਆਇਡੈਂਟੀਫਾਈਡ ਜਿਹੜੇ ਕੈਰੀਅਰ ਹੈਗੇ ਨੇ? ਸਿਰਫ 2-3% ਲੋਕਾਂ ਦੇ ਟੈਸਟ ਹੋਏ ਨੇ। ਸੋ ਇਹ ਕਹਿਣਾ ਬਹੁਤ ਮੁਸ਼ਕਿਲ ਆ ਜਦੋਂ ਇੰਨੀ ਪਾਪੂਲੇਸ਼ਨ ਦੇ ਟੈਸਟ ਨਾ ਹੋਏ ਹੋਣ ਤੇ ਉਹਨਾਂ ਦੇ ਬਿਹੇਵੀਅਰ ਤੇ ਡਿਸਪਲਿਨ ਨੂੰ ਦੇਖ ਕੇ ਲੱਗਦਾ ਕਿ ਕਰਵ ਫਲੈਟ ਆ। ਪਰ ਜੇ ਤੁਹਾਡੀ ਗੱਲ ਮੁਤਾਬਕ ਜਿਵੇਂ ਹੁਣ ਸਾਡੇ ਕੋਲੇ ਟੈਸਟਿੰਗ ਕਿਟਸ ਨੇ, ਟੈਸਟਿੰਗ ਕਿਟਸ ਅਸੀਂ ਉਹ ਫੈਡਰਲ ਗਵਰਨਮੈਂਟ ਦੀ ਵੇਟ ਕਰ ਰਹੇ ਹਾਂ। 4000 ਟੈਸਟ ਰੋਜ਼ ਦੇ ਕਰਦੇ ਹਾਂ ਤੇ ਅਸੀਂ 20,000 ਟੈਸਟ ਰੋਜ਼ ਦੇ ਕਰਨਾ ਚਾਹੁੰਦੇ ਹਾਂ, ਕਿਉਂਕਿ ਟੈਸਟਿੰਗ ਕਰਕੇ ਸਾਨੂੰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਪੋਜ਼ਿਟਿਵ ਕੇਸ ਨੇ। ਹੁਣ ਫਾਰ ਐਗਜ਼ਾਮਪਲ ਆਪਣੀ ਹਾਈ ਰਿਵਰ ਦੇ ਵਿੱਚ ਪ੍ਰੋਬਲਮ ਆਈ ਹੈ ਟਾਰਕਲ ਦੇ ਵਿੱਚ, ਹੁਣ ਉਹਦੇ ਕਈ ਕਾਰਨ ਹੋ ਸਕਦੇ ਨੇ। ਉਹਦੇ ਕਾਰਨ ਹੋ ਸਕਦੇ ਨੇ, ਪਹਿਲੀ ਗੱਲ ਤਾਂ ਅਸੀਂ ਇੰਪਲਾਇਰ ਦਾ ਦੇਖਦੇ ਹਾਂ, AHS ਦਾ ਦੇਖਦੇ ਹਾਂ। AHS ਨੇ ਜਿਹੜੀਆਂ ਇੰਸਟਰਕਸ਼ਨ ਦਿੱਤੀਆਂ ਸੀ ਇੰਪਲਾਇਰ ਨੇ ਫੋਲੋ ਕੀਤੀਆਂ। ਹੁਣ ਇੰਪਲਾਇਰ ਨੇ ਫੋਲੋ ਕੀਤੀਆਂ, ਪਰ ਜਿਹੜੇ ਇੰਪਲਾਈ ਸੀਗੇ ਉਹ ਤੋਂ ਕਾਰਪੂਲਿੰਗ ਕਰਦੇ ਸੀ, ਕਿਉਂਕਿ ਤੁਹਾਨੂੰ ਪਤਾ ਜਿਹੜਾ ਹਾਈ ਰਿਵਰ ਆ ਇੱਥੋਂ ਕੈਲਗਰੀ ਤੋਂ ਲੋਕੀ ਜਾਂਦੇ ਨੇ, ਬੈਂਚ 7-7 8-8 ਜਾਣੇ ਜਾਂਦੇ ਸੀ। ਉਸ ਤੋਂ ਬਾਅਦ ਜਿਹੜੀ ਉਹ ਘਰੇ ਆਉਂਦੇ ਨੇ, ਉਹਨਾਂ ਦੇ ਸਪਾਊਸ ਕੇਅਰ ਵਰਕਰ ਸੀਗੇ, ਉਹ ਕਿਤੇ ਕੰਮ ਕਰਦੇ ਸੀ। ਹੁਣ ਜੇ ਟਰਾਂਸਮਿਸ਼ਨ ਦੇਖੀ ਜਾਵੇ ਤਾਂ 500 ਬੰਦਾ ਉਹਦੇ ਨਾਲ ਟਰਾਂਸਮਿਸ਼ਨ, ਇੱਕ ਦਿਨ ਪਹਿਲਾਂ ਕੋਈ ਕੇਸ ਨਹੀਂ ਸੀ, ਦੂਜੇ ਦਿਨ ਇੰਨੇ ਕੇਸ ਆ ਗਏ। ਸੋ ਇਹ ਦੈਟ ਮੀਨਸ ਕਿ ਜਿਸ ਗੱਲ ਤੋਂ ਆਪਾਂ ਆਈਸੋਲੇਸ਼ਨ ਦੀ ਗੱਲ ਕਰ ਰਹੇ ਹੈਗੇ ਆ, ਉਹ ਅਜੇ ਤੱਕ ਵੀ ਉਹਦਾ ਮੈਨੇ ਹੈਗੇ ਨੇ ਵੀ ਜੇ ਆਪਾਂ ਆਈਸੋਲੇਸ਼ਨ 'ਚ ਰਹੀਏ ਤਾਂ ਦੈਟ ਇਜ਼ ਦਾ ਓਨਲੀ ਦਾ ਸੋਲੂਸ਼ਨ ਐਟ ਪ੍ਰੈਜੈਂਟ, ਹੈ ਨਾ। ਤੇ ਪਰ ਜਿਵੇਂ ਹੁਣ ਉਹੀ ਗੱਲ ਹੋਏਗੀ ਕਿ ਇੱਕ ਬੰਦਾ ਆਇਆ, ਆਪਣੇ ਘਰ ਆਇਆ, ਘਰੋਂ ਉਹਦੇ ਘਰ ਕਿਸੇ ਵਜ੍ਹਾ ਕਰਕੇ ਆ ਗਿਆ ਵੀ ਕਿਤੇ ਵੀ ਉਹਦੇ ਮਤਲਬ ਸਪੋਜ਼ ਕੰਮ ਕਰਦੇ ਸੀ, ਉਹਦੇ ਤੋਂ ਗਿਆ, ਉਹ ਫਿਰ ਅੱਗੇ ਗਿਆ ਤੇ ਫਿਰ ਅੱਗੇ ਤੋਂ ਅੱਗੇ ਫੈਲ ਗਿਆ। ਇਸੇ ਚੀਜ਼ ਨੂੰ ਰੋਕਣ ਵਾਸਤੇ ਤੇ ਇਹ ਲਾਕਡਾਊਨ ਜਾਂ ਆਈਸੋਲੇਸ਼ਨ ਵਾਲਾ ਕਨਸੈਪਟ ਹੈਗਾ। ਇਹਦਾ ਇੱਕ ਜਿਹੜਾ ਰੀਜ਼ਨ ਇਹ ਵੀ ਆ ਸਤਿੰਦਰ ਜੀ, ਇਹਦੇ ਸਿੰਪਟਮ ਵੀ ਕਈ ਲੋਕਾਂ 'ਚ ਸਿੰਪਟਮ ਵੀ ਨਹੀਂ ਆਉਂਦੇ। ਲੋਕਾਂ ਦੀ ਗਲਤੀ ਨਹੀਂ ਹੈਗੀ, ਉਹ ਪੋਜ਼ਿਟਿਵ ਹੋਣਗੇ ਵੀ ਪਰ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਪੋਜ਼ਿਟਿਵ ਹੈਗੇ ਆ। ਹੁਣ ਜੇ ਉਹਨਾਂ ਦੇ ਕੋਈ ਸਿੰਪਟਮ ਹੋਣਗੇ, ਚਲੋ ਅਗਲਾ ਕਹਿੰਦਾ ਮੈਂ ਸੈਲਫ ਆਈਸੋਲੇਟ ਕੀਤਾ ਹੋਇਆ, ਡਿਸਪਲਿਨ ਦੇ ਵਿੱਚ ਵੀ ਆ, ਪਰ ਕਈ ਗੱਲਾਂ 'ਚ ਜਿਵੇਂ ਤੁਸੀਂ ਘਰ 'ਚ ਵੀ ਹੋ, 5 ਜਣੇ ਹੋ, ਜੇ ਤੁਹਾਨੂੰ ਸਿੰਪਟਮ ਹੀ ਨਹੀਂ ਹੈਗੇ ਤਾਂ ਤੁਸੀਂ 5 ਜਣਿਆਂ ਨੂੰ ਫਾਈਟ ਕਰ ਦਿੰਦੇ। ਉਸ ਤੋਂ ਬਾਅਦ ਜਦੋਂ ਜਿਹੜੀ ਏਸਿੰਪਟੋਮੈਟਿਕ ਜਿਹੜੀ ਵਾਇਰਸ ਆ ਨਾ, ਇਟਸ ਵੈਰੀ ਡੇਂਜਰਸ, ਹੈ ਨਾ। ਹਾਂ, ਅਸੀਂ ਜਿਹੜੇ ਕਹਿੰਦੇ ਆ ਜਿਹੜੇ ਹਾਈਜੀਨ ਦੇ ਮੈਜ਼ਰ ਨੇ, ਤੁਸੀਂ ਆਪਣੇ ਹੱਥ ਧੋਵੋ, 20 ਸਕਿੰਟ ਘੱਟੋ ਘੱਟ ਹੱਥ ਧੋਵੋ, ਜਿਵੇਂ ਸਰਜਨ ਹੱਥ ਧੋਂਦੇ ਨੇ, ਉਸ ਆਪਣੇ ਆਪ ਨੂੰ ਸਰਜਨ ਸਮਝੋ। ਉਸ ਤੋਂ ਬਾਅਦ ਮੂੰਹ ਦੇ ਵਿੱਚ, ਹੁਣ ਜੇ ਮੂੰਹ ਦੇ ਵਿੱਚ ਲੋਕੀ ਕਹਿੰਦੇ ਨੇ ਵੀ ਇਹ ਜਿਹੜਾ ਵੀ ਅਸੀਂ ਫੇਸ ਮਾਸਕ ਪਾਈਏ, ਹੁਣ ਇਹ ਵਾਇਰਸ ਇੰਨਾ ਛੋਟਾ, ਇੰਨਾ ਇਨਵਿਜ਼ੀਬਲ ਆ, ਉਹਦੇ ਲਈ N95 ਸਰਜੀਕਲ ਤਾਂ ਤੁਸੀਂ ਆਮ ਰੋਜ਼ਾਨਾ ਜ਼ਿੰਦਗੀ 'ਚ ਨਹੀਂ ਪਾ ਸਕਦੇ। ਹੁਣ ਜਿਹੜੀ ਨੌਬਤ ਆਈ ਹੋਈ ਆ, ਪਰ ਇੱਕ ਦੇਖੋ ਮਾਣ ਬਹੁਤ ਆ ਸਾਨੂੰ, ਆਪਣੇ ਅਲਬਰਟਨਸ ਤੇ ਮਾਣ ਬਹੁਤ ਆ। ਜਿਹੜੀ ਕਰਵ ਨੂੰ ਫਲੈਟ ਕਰਨ ਦੇ ਲਈ ਸਰਕਾਰ ਨੇ ਦੇਖੋ ਵਿੱਤੀ ਸਹਾਇਤਾ ਬਹੁਤ ਦਿੱਤੀਆਂ ਹੋਣਗੀਆਂ, ਦੂਜਿਆਂ ਨੇ ਸਾਰਾ ਕੁਝ ਕੀਤਾ ਹੋਊਗਾ, ਪਰ ਡਿਸਪਲਿਨ ਅਲਬਰਟਨਸ ਨੇ ਰੱਖਿਆ। ਬਿਲਕੁਲ। ਹੁਣ ਮੌਸਮ ਚੇਂਜ ਹੋ ਰਿਹਾ, ਜਦੋਂ ਡਾਕਟਰ ਹਿੰਸ਼ਾ ਨਾਲ ਸਾਡੀ ਗੱਲ ਹੋਈ ਸੀ, ਡਾਕਟਰ ਹਿੰਸ਼ਾ ਨੇ ਕਿਹਾ ਦੇਖੋ ਤੁਸੀਂ ਡਿਸਪਲਿਨ ਰੱਖੋ, ਬਾਹਰ ਜਾਓ, ਪਾਰਕਾਂ 'ਚ ਜਾਓ, ਆਪਣਾ ਤੁਹਾਡੀ ਮੈਂਟਲ ਹੈਲਥ ਵੀ ਜ਼ਰੂਰੀ ਆ, ਘਰੇ ਬੈਠੇ ਤੁਹਾਨੂੰ ਸਟ੍ਰੈਸਫੁਲ ਨਾ ਹੋਵੋ, ਪਰ ਡਿਸਪਲਿਨ ਜ਼ਰੂਰ ਰੱਖਿਓ ਤੇ ਇਹ ਨਾ ਹੋਵੇ ਵੀ ਕਿਸੇ ਪਾਰਕ 'ਚ ਹਜ਼ਾਰਾਂ ਬੰਦਾ ਹੈਗਾ ਤੇ ਉਹ ਹਜ਼ਾਰਾਂ ਬੰਦਿਆਂ ਨੂੰ ਹੀ ਇਫੈਕਟ ਕਰ ਦੇਵੋ ਜੀ, ਫਿਰ ਉਹ ਆਊਟ ਆਫ ਕੰਟਰੋਲ ਵਾਲੀ ਗੱਲ ਹੋ ਜਾਂਦੀ ਹੈ ਕਿ ਜੇ ਅੱਜ ਕੰਟਰੋਲ ਦੇ ਵਿੱਚ ਹੈਗਾ ਤੇ ਇਸੇ ਕਰਕੇ ਹੀ ਹੈ ਕਿ ਆਪਾਂ ਸਿਆਣਪ ਵਰਤ ਰਹੇ ਹੈਗੇ ਆ ਨਾ, ਜਿਵੇਂ ਕਹਿੰਦੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੈਗਾ। ਔਰ ਇਹ ਚੀਜ਼ਾਂ ਉਦਾਹਰਨਾਂ ਦੇ ਤੌਰ ਤੇ ਵੀ ਆ ਰਹੀਆਂ ਹੈਗੀਆਂ, ਜਿਵੇਂ ਆਪਾਂ ਮਤਲਬ ਹਾਈ ਰਿਵਰ ਦੀ ਗੱਲ ਕਰ ਰਹੇ ਹੈਗੇ ਤਾਂ ਉਹੀ ਕਮਿਊਨਿਟੀ ਜਿਹੜੀ ਹੈਗੀ ਆ ਵੀ ਉਹ ਸਪਰੈਡਡ ਸੀ, ਹੈ ਨਾ। ਇਸੇ ਤਰ੍ਹਾਂ ਇੱਕ ਕਾਨਫਰੰਸ ਦੇ ਵਿੱਚ ਜੇ ਹਾਲਾਤ ਹੋਏ ਤੇ ਦੈਟ ਮੀਨਸ ਉਹ ਫੈਕਟਰ ਹੈਗਾ। ਪਰ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਿੰਨੇ ਕੁ ਚਿਰ ਚੱਲਣ ਵਾਲਾ? ਲੋਕੀ ਕਾਲੇ ਤੇ ਪਏ ਹੈਗੇ, ਜ਼ਰੂਰੀ ਨਹੀਂ ਕਿ ਮੌਸਮ ਦਾ ਹੈਗਾ, ਲੋਕਾਂ ਨੇ ਕੰਮ ਵੀ ਕਰਨੇ, ਨੌਕਰੀਆਂ ਵੀ ਕਰਨੀਆਂ, ਕਿੰਨੇ ਕੁ ਚਿਰ ਜਿਹੜੀ ਹੈਗੀ ਸਰਕਾਰ ਦੇ ਉਹ ਪੈਸਿਆਂ ਤੇ ਜਿਹੜੇ ਹੈਗੇ ਨੇ ਮਹੀਨੇ ਕੱਟ ਸਕਦੇ ਹੈਗੇ ਨੇ। ਤੇ ਇਸ ਕਰਕੇ ਲੋਕਾਂ ਨੂੰ ਕਾਲ ਵੀ ਹੈਗੀ ਹੈ ਵੀ ਕੁਛ ਤੇ ਸਾਨੂੰ ਮਤਲਬ ਪਤਾ ਲੱਗੇ ਕਿ ਇਹ ਕਿੰਨੇ ਕੁ ਮਹੀਨੇ ਤੱਕ ਚੱਲਣ ਵਾਲਾ ਹੈਗਾ, ਕੋਈ ਅੰਦਾਜ਼ਾ ਤੁਹਾਡੇ? ਦੇਖੋ ਸਸਕੈਚੁਅਨ ਤੇ ਇਹਦੀ BC ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕੰਟਰੋਲ ਕਾਫੀ ਜ਼ਿਆਦਾ ਸੀ। ਜਿਹੜੇ ਨੰਬਰ ਆਫ ਕੇਸਿਸ ਪੋਜ਼ਿਟਿਵ ਪਾਏ ਜਾ ਰਹੇ ਨੇ ਜਾਂ ਜਿੰਨੀਆਂ ਨੰਬਰ ਆਫ ਡੈਥਸ ਉੱਥੇ ਹੋਈਆਂ ਨੇ, ਉਹਨਾਂ ਦੇ ਨਾਲ ਉਹਨਾਂ ਨੇ ਇੱਕ ਪਲਾਨ ਲੈ ਕੇ ਆਂਦਾ ਥੋੜ੍ਹੇ ਜਿਹੇ ਵਿੱਚ, ਤੇ ਉਹ ਆਪਣਾ ਥੋੜ੍ਹਾ ਜਿਹਾ
ਇਹਦੇ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਤੋਂ ਲੈ ਕੇ ਥੋੜ੍ਹੀਆਂ ਸਰਵਿਸਿਜ਼ ਖੋਲ੍ਹਣਗੇ ਜੀ। ਉਸੇ ਤਰ੍ਹਾਂ BC ਦੇ ਵਿੱਚ ਸਭ ਤੋਂ ਪਹਿਲਾਂ ਕੇਸ ਹੋਏ ਸਨ ਤੇ BC ਦੀ ਸਰਕਾਰ ਵੀ ਚਾਹੁੰਦੀ ਆ ਅਲਬਰਟਾ ਦੀ ਜਿਹਦੇ ਕੇਸ ਦੇ ਵਿੱਚ ਅਸੀਂ ਓਨਟਾਰੀਓ ਤੇ ਕੁਬੈਕ ਤੋਂ ਕਾਫੀ ਬੈਟਰ ਕਰ ਰਹੇ ਹਾਂ। ਅਸੀਂ ਵਿਚਾਲੇ ਹਾਂ ਜੀ। ਪ੍ਰੀਮੀਅਰ ਸਾਹਿਬ ਨਾਲ ਕੱਲ ਨੂੰ ਸਾਡੀ ਗੱਲ ਹੋਊਗੀ, ਸਾਡੀ ਕਾਕਸ ਦੀ ਮੀਟਿੰਗ ਆ। ਉਹਨਾਂ ਨੇ ਕਿਹਾ ਦੇਖੋ ਪਲਾਨ ਤਾਂ ਅਸੀਂ ਬਣਾਵਾਂਗੇ, ਟਾਈਮ ਸਾਨੂੰ ਨਹੀਂ ਪਤਾ ਹੈਗਾ ਪਰ ਪਲਾਨ ਹੋਊਗਾ ਕਿਉਂਕਿ ਦੇਖੋ ਇਸ ਤੋਂ ਜਦੋਂ ਅਸੀਂ ਬਾਹਰ ਨਿਕਲਣਾ ਅਸੀਂ ਇਹ ਵਾਇਰਸ ਨੂੰ ਦੁਬਾਰਾ ਨਹੀਂ ਲੈ ਕੇ ਆਉਣਾ ਜੀ। ਜਦੋਂ ਦੁਬਾਰਾ ਆ ਗਿਆ ਤਾਂ ਬਹੁਤ ਵਰਸ ਹੋ ਫਿਰ ਪੈਨਿਕ ਵੀ ਹੋਰ ਜ਼ਿਆਦਾ ਹੋਣਾ ਹੈ। ਜੇ ਦੁਬਾਰਾ ਜਦੋਂ ਆਉਂਦਾ ਹੈਗਾ ਮੈਨੂੰ ਲੱਗਦਾ ਹਫੜਾ ਦਫੜੀ ਵੀ ਜ਼ਿਆਦਾ ਹੁੰਦੀ ਹੈਗੀ ਵੀ ਯਾਰ ਇਹ ਤੇ ਫਿਰ ਉਹ ਦੇਖੋ ਜਿੰਨਾ ਜੇ ਇਹ ਵਾਇਰਸ ਦੁਬਾਰਾ ਆ ਗਿਆ ਜਿੰਨਾ ਕੁਝ ਸਰਕਾਰ ਨੇ ਜਾਂ ਸਾਰੇ ਲੋਕਾਂ ਨੇ ਕੀਤਾ ਉਹ ਸਾਰਾ ਕੁਝ ਖਤਮ ਆ। ਸੋ ਇਹਦਾ ਮਤਲਬ ਇਹ ਕੰਮ ਤਾਂ ਕਰਨਾ ਹੀ ਕਰਨਾ ਪੈਣਾ ਤੇ ਹੋਰ ਵੀ ਮੈਜਰ ਲੈਣੇ ਪੈਣੇ ਨੇ ਤੇ ਆਲਮੋਸਟ ਡਬਲ ਮੈਜਰ ਲੈਣੇ ਪੈਣੇ ਆ। ਤੁਸੀਂ ਉਹ ਲਾਈਵ ਦੇਖੋ ਵੀ ਕਈ ਹੁਣ ਸਾਡਾ ਲਾਈਫ ਸਟਾਈਲ ਤਾਂ ਆਲਮੋਸਟ ਚੇਂਜ ਹੋਇਆ ਤੇ ਜੇ ਸਾਨੂੰ ਸਾਡੇ ਉੱਤੇ ਡਬਲ ਦਬਾਅ ਪਾਇਆ ਗਿਆ ਤਾਂ ਉਹ ਲਾਈਫ ਸਟਾਈਲ ਕਿਹੋ ਜਿਹਾ ਹੋਊਗਾ। ਪਰ ਦੂਜੇ ਪਾਸੇ ਤੂਰ ਸਾਹਿਬ ਇਹ ਵੀ ਮੈਂ ਪੁੱਛਣਾ ਚਾਹਾਂਗਾ ਕਿ ਜਿਵੇਂ ਹੁਣ ਬਿਜ਼ਨਸ ਬੰਦ ਹੈਗੇ ਨੇ, ਬਿਜ਼ਨਸ ਬੰਦ ਹੈ ਤੇ ਦਾ ਐਮਪਲੋਇਮੈਂਟ ਵੀ ਘਟੇਗੀ ਹੈ ਨਾ। ਇੱਕ ਤੇ ਉਹ ਚੀਜ਼ ਹੈਗੀ ਆ। ਹੁਣ ਕੰਜ਼ੰਪਸ਼ਨ ਆਇਲ ਦੀ ਘੱਟ ਹੈਗੀ ਆ। ਅਲਬਰਟਾ ਦਾ ਆਇਲ ਦਾ ਪਹਿਲਾਂ ਹੀ ਜਿਹੜਾ ਹੈਗਾ ਪ੍ਰਾਈਸ ਆਪਾਂ ਨੂੰ ਘੱਟ ਮਿਲਦਾ ਸੀ, ਹੁਣ ਉਹਦੀ ਕੰਜ਼ੰਪਸ਼ਨ ਹੀ ਬੰਦ ਹੋ ਗਈ ਹੈਗੀ ਆ। ਨੈਗੇਟਿਵ ਤੱਕ ਦੇ ਰੇਟਾਂ ਦੀ ਜਿਹੜੀ ਹੈਗੀ ਆ ਉਹ ਗੱਲ ਚੱਲਦੀ ਹੈਗੀ ਆ। ਤੁਹਾਨੂੰ ਕੀ ਲੱਗਦਾ ਹੈਗਾ ਕਿ ਅਲਬਰਟਾ ਕਿੱਥੇ ਸਟੈਂਡ ਕਰ ਰਿਹਾ ਹੈ, ਮਤਲਬ ਫਾਈਨੈਂਸ਼ੀਅਲੀ ਆਰਥਿਕ ਤੌਰ 'ਤੇ ਵੀ ਕਿੱਥੇ ਕੀ ਇਹ ਸਰਵਾਈਵ ਕਰ ਪਾਏਗਾ ਜੇ ਆਪਾਂ ਹੁਣ ਤੇ ਇੱਕ ਵੈਸੇ ਬਿਜ਼ਨਸ ਬੰਦ ਹੋ ਗਿਆ, ਦੂਸਰਾ ਜਿਹੜਾ ਸਾਡੇ ਹੁਣ ਸਟੈਂਪੀਡ ਸੀ ਤੇ ਉਹ ਵੀ ਇੱਕ ਵੱਡੀ ਜਿਹੜੀ ਇਕਨੋਮਿਕ ਇੱਥੇ ਐਕਟੀਵਿਟੀ ਹੁੰਦੀ ਹੈਗੀ ਹੈ ਨਾ ਉਹ ਵੀ ਬੰਦ ਹੋ ਗਈ। ਤੇ ਕਿਸ ਤਰ੍ਹਾਂ ਜਿਹੜਾ ਹੈਗਾ ਵੀ ਆਰਥਿਕ ਤੌਰ ਤੇ ਕਿਸ ਤਰ੍ਹਾਂ ਇਸ ਚੈਲੰਜ ਨੂੰ ਤੁਸੀਂ ਆਪਣੀ ਤਿਆਰੀ ਕੀਤੀ ਸਰਕਾਰ ਦੇ ਤੌਰ ਤੇ ਫੇਸ ਕਰਨ ਵਾਸਤੇ? ਦੇਖੋ ਅਸੀਂ ਜਦੋਂ ਸਰਕਾਰ ਬਣਾਈ ਸੀ ਸਾਡਾ ਪਲਾਨ ਸੀਗਾ, ਅਸੀਂ ਪਲਾਨ ਦੇ ਨਾਲ ਜੁੜੇ ਵੀ ਹੋਏ ਸੀ। ਜਦੋਂ ਜਿਸ ਦਿਨ ਐਕਚੁਅਲੀ ਤੁਹਾਨੂੰ ਯਾਦ ਹੋਊਗਾ ਅਸੀਂ ਬਜਟ ਅਨਾਉਂਸ ਕੀਤਾ ਉਸ ਤੋਂ ਫਰਾਈਡੇ ਨੂੰ ਅਸੀਂ ਵਾਪਸ ਆਏ ਸੀ ਤੇ ਮੰਡੇ ਨੂੰ ਹਾਲਤ ਵਿਗੜ ਚੁੱਕੇ ਸੀ। ਹਾਂਜੀ ਇਹ ਕਰੋਨਾ ਵਾਇਰਸ ਕਰਕੇ ਸਭ ਕੁਝ ਹੋਇਆ। ਉਸ ਦੇ ਨਾਲ ਕਿਤੇ ਨਾ ਕਿਤੇ ਸਾਡੀ ਜਿਹੜੀ ਕੈਲਕੂਲੇਸ਼ਨ ਜਾਨੀ ਸਾਨੂੰ ਕਰੋਨਾ ਵਾਇਰਸ ਦੀ ਗੱਲ ਕੀਤੀ ਜਾਵੇ ਜਿਵੇਂ ਮਾਰਕੀਟ ਜਿੰਨਾ ਨੋਜ਼ ਡਾਈਵ ਹੋਈ, ਆਇਲ ਪ੍ਰਾਈਸਿਸ ਜਿੰਨੇ ਥੱਲੇ ਗਏ ਉਸ ਦੇ ਨਾਲ ਆਲਮੋਸਟ ਜਾਣੇ ਉਸ ਵੇਲੇ ਸਾਡੇ ਕੋਲ ਆਲਮੋਸਟ $8 ਬਿਲੀਅਨ ਦਾ ਡੈਫਿਸਿਟ ਸੀਗਾ ਪਹਿਲਾਂ ਹੀ ਤੇ ਉਸ ਦੇ ਨਾਲ ਹੁਣ 20 ਬਿਲੀਅਨ ਤੋਂ ਵੀ ਜ਼ਿਆਦਾ ਹੋ ਸਕਦਾ। ਹੁਣ ਉਹ ਅਸੀਂ ਸਾਡੀ ਥਿੰਕਿੰਗ ਕਹਿੰਦੀ ਹੁੰਦੀ ਸੀ ਵੀ ਅਸੀਂ 2-3 ਸਾਲਾਂ ਦੇ ਵਿੱਚ ਬਜਟ ਨੂੰ ਬੈਲੈਂਸ ਕਰਨਾ ਪਰ ਹੁਣ ਉਹ ਗੱਲਾਂ ਨਹੀਂ ਹੈਗੀਆਂ ਕਿਉਂਕਿ ਬਜਟ ਦੇ ਜਿਹੜੇ ਡੈਫਿਸਿਟ ਨੇ ਉਹ ਵੱਡੇ ਹੋਣਗੇ। ਪਰ ਦੂਜੇ ਪਾਸੇ ਇੱਕ ਗੱਲ ਇਹ ਵੀ ਆ ਕਿ ਜਦੋਂ ਹੁਣ ਸਰਕਾਰਾਂ ਨੇ ਜਦੋਂ ਇੱਥੇ ਡਿਸੀਜਨ ਲੈਣੇ ਨੇ ਇਕਨੋਮਿਕ ਰਿਕਵਰੀ ਪਲਾਨ ਲੈ ਕੇ ਆਉਣਗੇ ਉਹਦੇ ਵਿੱਚ ਚੰਗੀ ਗੱਲ ਆ ਕਿ ਜਿਹੜੀ ਸਾਡੀ ਸਰਕਾਰ ਆ ਉਹਦੀ ਜਿਹੜੀ ਸਾਡੇ ਪ੍ਰੀਮੀਅਰ ਜੇਸਨ ਕੈਨੀ ਲੀਡ ਕਰ ਰਹੇ ਨੇ ਉਹ ਇਹਨੂੰ ਚੰਗੀ ਤਰ੍ਹਾਂ ਵਾਚ ਕਰ ਰਹੇ ਨੇ। ਜਦੋਂ ਇਕਨੋਮਿਕ ਰਿਕਵਰੀ ਦੇ ਵਿੱਚ ਪਲਾਨ ਦੇ ਵਿੱਚ ਜਦੋਂ ਹੋਊਗੀ ਕੋਈ ਇਨਫਰਾਸਟਰਕਚਰ ਬਿਲਡਿੰਗ ਕਰਾਂਗੇ ਜਿੰਨੀ ਅਸੀਂ ਸਪੈਂਡਿੰਗ ਕਰਾਂਗੇ ਜੌਬ ਕ੍ਰੀਏਸ਼ਨ ਦੇ ਲਈ ਉਸ ਤੇ ਨਹੀਂ ਅਲਬਰਟਾ ਦਾ ਫਾਇਦਾ ਵੀ ਹੋਊਗਾ ਕਿਉਂਕਿ ਅਲਟੀਮੇਟ ਸਾਡਾ ਗੋਲ ਹੋਊਗਾ ਜੌਬ ਕ੍ਰੀਏਟ ਕੀਤੇ ਜਾਣ, ਗੁੱਡ ਪੇਇੰਗ ਜੌਬ ਕ੍ਰੀਏਟ। ਪਰ ਮਸਲਾ ਅਲਬਰਟਾ ਦੀ ਪੋਜੀਸ਼ਨ ਜਿਹੜੀ ਹੈਗੀ ਆ ਬਾਕੀ ਸੂਬਿਆਂ ਦੇ ਨਾਲੋਂ ਬਾਕੀ ਇਕਨੋਮੀਜ਼ ਦੇ ਨਾਲੋਂ ਵੀ ਟੋਟਲੀ ਡਿਫਰੈਂਟ ਹੈਗੀ ਆ। ਇਹ ਮੰਨਿਆ ਜਾਂਦਾ ਹੈਗਾ ਕਿ ਅਲਬਰਟਾ ਇਕਨੋਮੀ ਜਿਹੜੀ ਹੈਗੀ ਡਾਇਰੈਕਟਲੀ ਇਨਡਾਇਰੈਕਟਲੀ 60 ਤੋਂ 70% ਤੱਕ ਜਿਹੜੀ ਹੈਗੀ ਹੈ ਵੀ ਆਇਲ ਐਂਡ ਗੈਸ ਦੇ ਉੱਤੇ ਡਿਪੈਂਡੈਂਟ ਹੈਗੀ ਆ। ਜੇ ਉਹ ਇੱਕ ਤਾਂ ਇਹ ਵੀ ਮੈਨੂੰ ਦੱਸਿਓ ਵੀ ਇਹ ਫਿਗਰ ਵੀ ਠੀਕ ਹੈਗੀ 60-70% ਤੱਕ ਜਿਹੜੇ ਹੈਗੇ ਵੀ ਆਇਲ ਐਂਡ ਗੈਸ ਤੇ ਹੀ ਆਪਾਂ ਇਕਨੋਮਿਕਲੀ ਜਿਹੜਾ ਹੈਗਾ ਡਿਪੈਂਡੈਂਟ ਹੈਗੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਔਰ ਦੂਸਰਾ ਇਹ ਹੈਗਾ ਕਿ ਜੇ ਮੰਨ ਲਓ ਵੀ ਨਹੀਂ ਰਿਵਾਈਵ ਹੁੰਦੀਆਂ ਆਇਲ ਪ੍ਰਾਈਸਿਸ ਹੈ ਨਾ ਲੰਬੇ ਸਮੇਂ ਵਾਸਤੇ ਨਹੀਂ ਹੁੰਦੀਆਂ ਤੇ ਦੈਨ ਕੋਈ ਕੰਟਿੰਜੈਂਟ ਪਲਾਨ ਕੋਈ ਮਤਲਬ ਆਲਟਰਨੇਟਿਵ ਪਲਾਨ ਕੋਈ ਬੀ ਪਲਾਨ ਵੀ ਗਵਰਨਮੈਂਟ ਕੋਲ ਹੈਗਾ? ਦੇਖੋ ਅਸੀਂ ਸਾਤੋਂ ਪਿਛਲੀਆਂ ਸਰਕਾਰਾਂ ਕੋਈ ਵੀ ਆ ਗੱਲਾਂ ਜ਼ਰੂਰ ਕਰਦੇ ਰਹੇ ਨੇ ਕਿ ਜਿਹੜੀ ਡਿਵਰਸੀਫਿਕੇਸ਼ਨ ਹੋਣੀ ਚਾਹੀਦੀ ਆ, ਡਿਵਰਸੀਫਾਈ ਹੋਣਾ ਚਾਹੀਦਾ। ਸੋ ਹੁਣ ਮੇਰੀ ਆਪਣੀ ਨਿੱਜੀ ਰਾਏ ਆ ਜੋ ਮੈਂ ਕਾਕਸ ਦੇ ਵਿੱਚ ਵੀ ਰੱਖੂੰਗਾ ਕਿ ਦੇਖੋ ਰਿਸੋਰਸਫੁਲ ਇੰਡਸਟਰੀ ਆ। ਅਸੀਂ ਸਾਡੀ ਸਭ ਤੋਂ ਇਹ ਸਾਡੇ ਕੋਲੇ ਵਰਲਡ ਦੇ ਬਹੁਤ ਜ਼ਿਆਦਾ ਵੱਡੇ ਰਿਸੋਰਸਿਸ ਨੇ ਤੇ ਅਸੀਂ ਜਿਹੜੇ ਇੱਕ ਬੜੇ ਰਿਸਪੌਂਸਿਬਲ ਪ੍ਰੋਡਿਊਸਰ ਆ। ਅਸੀਂ ਉਹ ਇੰਡਸਟਰੀ ਨੂੰ ਢਾਹ ਨਹੀਂ ਲੱਗਣ ਦੇਵਾਂਗੇ। ਹੁਣ ਕਈ ਸਾਨੂੰ ਲੈਫਟਿਸਟ ਆ ਕੇ ਕਹਿੰਦੇ ਨੇ ਵੀ ਇਹਨੂੰ ਬੰਦ ਕਰ ਦਿਓ, ਗ੍ਰੀਨ ਐਨਰਜੀ ਚੱਲ ਜਾਓ। ਨਹੀਂ, ਸਾਡੀ ਇੰਡਸਟਰੀ ਸਾਡੇ ਕੋਲ ਰਿਸੋਰਸਿਸ ਨੇ, ਅਸੀਂ ਇਹਨਾਂ ਦੀ ਪੂਰੀ ਵੈਲਿਊ ਲਵਾਂਗੇ। ਦੂਜੀ ਗੱਲ ਆ ਵੀ ਜਿਵੇਂ ਤੁਸੀਂ ਕਹਿੰਦੇ ਵੀ ਆਪਾਂ ਵੀ ਇਹਨੂੰ ਡਿਵਰਸੀਫਾਈ ਕਿਵੇਂ ਕਰੀਏ। ਜੇ ਤੁਸੀਂ ਟੈਕਨੋਲੋਜੀ ਦੀ ਗੱਲ ਕੀਤੀ ਜਾਵੇ ਜਾਂ ਇਨੋਵੇਸ਼ਨ ਦੀ ਗੱਲ ਕੀਤੀ ਜਾਵੇ ਉਹ ਜਿਹੜੀ ਇੰਡਸਟਰੀ ਨੂੰ ਜੇ ਤੁਸੀਂ ਸਟਾਕ ਮਾਰਕੀਟ ਤੇ ਜਾਓ ਉਹਨਾਂ ਦੀ ਪਰਫਾਰਮੈਂਸ ਦੇਖੋ ਆ ਰਿਸੈਸ਼ਨ ਦੇ ਵਿੱਚ ਵੀ ਤੇ ਕਰੋਨਾ ਵਾਇਰਸ ਕਰਕੇ ਵੀ ਉਹ ਇੰਡਸਟਰੀ ਕਾਫੀ ਗੁੱਡ ਪਰਫਾਰਮ ਕਰ ਰਹੀ ਆ। ਉਹਦਾ ਰੀਜ਼ਨ ਇਹ ਆ ਕਿ ਲੋਕ ਉਹਨੂੰ ਅਡਾਪਟ ਕਰ ਰਹੇ ਨੇ। ਜੇ ਮਾਈਕਰੋਸਾਫਟ ਦੀ ਗੱਲ ਕੀਤੀ ਜਾਵੇ ਜਿੰਨਾ ਉਹਨਾਂ ਦਾ ਮਾਰਕੀਟ ਕੈਪ ਦਸੰਬਰ 'ਚ ਸੀ ਓਨਾ ਹੀ ਹੋਣਾ ਦੂਜੀਆਂ ਇੰਡਸਟਰੀਆਂ ਨੂੰ ਬਹੁਤ ਢਾਹ ਲੱਗੀ ਆ। ਸੋ ਸਾਨੂੰ ਕਿਤੇ ਨਾ ਕਿਤੇ ਇਹੋ ਜਿਹੇ ਡਿਸੀਜਨ ਲੈਣੇ ਪੈਣਗੇ ਕਿ ਅਸੀਂ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਾਂ ਦੂਜੇ ਜਿਹੜੇ ਇੱਥੇ ਹੁਣ
ਪੇਰੈਂਟਸ ਨੇ, ਦੂਜੇ ਪਾਸੇ ਜਿਹੜੇ ਇਨਵੈਸਟਰ ਹੋਣਗੇ, ਮੈਂ ਇੱਕ ਗੱਲ ਸੁਝਾਅ ਦਿੱਤਾ ਸੀ। ਮੈਂ ਆਪਣੀ ਜਦੋਂ ਪਹਿਲੀ ਸਪੀਚ ਵੀ ਦਿੱਤੀ ਸੀ, ਉਹਦੇ 'ਚ ਵੀ ਕਿਹਾ ਸੀ, ਮੈਨੂੰ ਲੱਗਦਾ ਕਿ ਅਲਬਰਟਾ ਨੂੰ ਸਾਨੂੰ ਛੋਟੇ ਬੱਚਿਆਂ ਤੋਂ ਲੈ ਕੇ ਕੋਡਿੰਗ ਇੱਕ ਤਰ੍ਹਾਂ ਦੀ ਕਲਾਸਿਸ ਦੇ ਵਿੱਚ ਮੈਂਡੇਟਰੀ ਕਰ ਦੇਣੀ ਚਾਹੀਦੀ ਆ। ਪੇਰੈਂਟਸ ਨੂੰ ਪਤਾ ਹੋਵੇ ਅਸੀਂ ਸਟੂਡੈਂਟ ਇਹੋ ਜਿਹੇ ਕਰੀਏ ਕਿ ਉਹ ਕੋਡਿੰਗ ਉਹਨਾਂ ਲਈ ਇੱਕ ਨੈਸੈਸਿਟੀ ਬਣ ਜਾਵੇ। ਜਦੋਂ 12ਵੀਂ ਕਲਾਸ ਚੋਂ ਨਿਕਲਣ ਤਾਂ ਉਹ ਐਡੇ ਪ੍ਰੋਗਰਾਮਰ ਉਦੋਂ ਹੀ ਬਣੇ ਹੋਣ। ਸੋ ਉਸ ਤੋਂ ਬਾਅਦ ਜਿਹੜੇ ਪੇਰੈਂਟਸ ਦੇਖਣਗੇ, ਜਿਹੜੀ ਇੰਡਸਟਰੀ ਦੇਖੂਗੀ, ਸਾਡੀ ਆਉਣ ਵਾਲੀ ਜਨਰੇਸ਼ਨ ਕਿਹੋ ਜਿਹੇ ਸਟੂਡੈਂਟ ਆ ਰਹੇ ਨੇ, ਸੋ ਉਹ ਵੀ ਇੱਥੇ ਆਪਣੀ ਇਨਵੈਸਟਮੈਂਟ ਲੈ ਕੇ ਆਉਣਗੇ। ਸੋ ਡਿਵਰਸੀਫਿਕੇਸ਼ਨ ਦੇ ਵਿੱਚ ਸਾਨੂੰ ਇਹੋ ਜਿਹੇ ਸਾਡੇ ਹੋਰ ਦੂਜੇ MLA ਜਾਂ ਦੂਜੇ ਜਿਹੜੇ ਸੁਝਾਅ ਹੋਣਗੇ, ਉਹੋ ਜਿਹੇ ਸੁਝਾਅ ਲੈ ਕੇ ਆਉਣਗੇ ਜਿਹਦੇ ਨਾਲ ਅਸੀਂ ਬੱਚਿਆਂ ਦਾ ਫਿਊਚਰ ਸਿਕਿਉਰ ਕਰ ਸਕੀਏ। ਜੀ, ਪਰ ਇੱਥੇ ਜਿਹੜਾ ਹੈਗਾ ਥੋੜ੍ਹਾ ਜਿਹਾ ਮੈਂ ਕਲੀਅਰ ਕਰਨਾ ਚਾਹੁੰਦਾ, ਤੁਸੀਂ ਪੜ੍ਹੇ ਲਿਖੇ ਵੀ ਹੈਗੇ ਹੋ, ਤੁਸੀਂ ਇਹਨਾਂ ਮੁੱਦਿਆਂ ਦੀ ਜਾਣਕਾਰੀ ਵੀ ਰੱਖਦੇ ਹੋ, ਪੁਰਾਣੀ ਪੱਤਰਕਾਰੀ ਵੀ ਤੁਸੀਂ ਕਰਦੇ ਰਹੇ ਹੈਗੇ ਹੋ, ਹੈ ਨਾ, ਕਿਸੇ ਨੂੰ ਕਹਿਣਾ ਵੀ ਕੁਐਸਚਨ ਕਰਦੇ ਰਹੇ ਹੈਗੇ ਹੋ ਤੁਸੀਂ ਵੀ ਐ ਨਹੀਂ ਐ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ ਹੈਗਾ। ਜਿਵੇਂ ਹੁਣ ਦੋ ਕਨਸੈਪਟ ਹੈਗੇ ਨੇ, ਇੱਕ ਤਾਂ ਹੈਗਾ ਆਇਲ ਐਂਡ ਗੈਸ ਦਾ ਜਿਹੜਾ ਵੀ ਆਮ ਤੌਰ 'ਤੇ ਮੇਰੀ ਪਰਸੈਪਸ਼ਨ ਹੈਗੀ ਜਾਂ ਥਿਊਰੀ ਹੈਗੀ ਆ ਜਾਂ ਕੈਲਕੂਲੇਸ਼ਨ ਹੈਗੀ ਆ ਕਿ 25-30 ਸਾਲ ਤੋਂ ਜ਼ਿਆਦਾ ਇਹਦਾ ਕੰਮ ਚੱਲਣਾ ਨਹੀਂ ਹੈਗਾ, ਵੀ ਲੋਕੀ ਹੋਰ ਆਲਟਰਨੇਟਿਵ ਰੀਨਿਊਏਬਲ એનર્ਜੀ ਦੇ ਉੱਤੇ ਜਿਹੜੇ ਜਾ ਰਹੇ ਨੇ, ਇਲੈਕਟ੍ਰਿਕ ਕਾਰਾਂ ਜਿਹੜੀਆਂ ਆ ਰਹੀਆਂ ਹੈਗੀਆਂ, ਵੱਡੀਆਂ ਵੱਡੀਆਂ ਕੰਪਨੀਆਂ ਵੀ ਜਿਹੜੀਆਂ ਉੱਧਰ ਨੂੰ ਮੈਨੂਫੈਕਚਰਿੰਗ ਵੱਲ ਜਿਹੜੀਆਂ ਜਾ ਰਹੀਆਂ ਹੈਗੀਆਂ। ਦੈਟ ਮੀਨਸ ਲੈ ਤੇ ਕਿ ਹੌਲੀ ਹੌਲੀ ਇਹਦੀ ਜਿਹੜੀ ਵੈਲਿਊ ਖਤਮ ਹੋ ਜਾਣੀ ਹੈਗੀ, ਹੈ ਨਾ। ਕਿ ਜੇ ਅਸੀਂ ਹੁਣ ਸਾਰੇ ਜਿਹਨੇ ਆਇਲ ਐਂਡ ਗੈਸ ਦੀ ਸਿਰਫ ਗੱਲ ਕਰਦੇ, ਕਿਉਂ ਇਮੋਸ਼ਨਲੀ ਆਪਾਂ ਡਿਸੀਜਨ ਲੈਂਦੇ ਹਾਂ, ਜਿਹੜਾ ਵੀ ਇਹਦੇ ਅਗੇਂਸਟ ਗੱਲ ਕਰਦਾ ਉਹਨੂੰ ਕਹਿੰਦੇ ਯਾਰ ਇਹ ਅਲਬਰਟਾ ਦੇ ਅਗੇਂਸਟ ਗੱਲ ਕਰਦਾ ਹੈਗਾ। ਪਰ ਜੇ ਹੁਣ ਸਾਰੀ ਹੀ ਦੁਨੀਆ ਕਿਸੇ ਹੋਰ ਸੋਚ ਦੇ ਵਿੱਚ ਹੈਗਾ, ਕੋਈ ਹੋਰ ਚੇਂਜ, ਕੋਈ ਹੋਰ ਆਲਟਰਨੇਟਿਵ ਸੋਚ ਰਹੇ ਹੈਗੇ ਨੇ, ਜਦੋਂ ਉਸ ਟੈਕਨੋਲੋਜੀ ਵੱਲ ਗੱਲ ਹੋ ਰਹੀ ਆ, ਅਸੀਂ ਸਿਰਫ ਜਦੋਂ ਆਇਲ ਐਂਡ ਗੈਸ 'ਤੇ ਹੀ ਫੋਕਸ ਕਰੀ ਰੱਖਾਂਗੇ, ਕੀ ਅਸੀਂ ਉਸ ਚੀਜ਼ ਨੂੰ ਮਿਸ ਤਾਂ ਨਹੀਂ ਕਰ ਜਾਵਾਂਗੇ ਕਿ ਜਿਹੜੀ ਇੰਡਸਟਰੀ ਕੱਲ੍ਹ ਨੂੰ ਫਿਊਚਰ ਬਣਨ ਵਾਲੀ ਹੈਗੀ ਆ, ਉਹਨੂੰ ਆਪਾਂ ਅੱਜ ਹਾਂ ਨਹੀਂ ਕਰ ਰਹੇ ਹੈਗੇ ਅਤੇ ਕੱਲ੍ਹ ਨੂੰ ਉਹ ਵੀ ਸਾਡੇ ਹੱਥੋਂ ਨਿਕਲ ਜਾਵੇ? ਦੇਖੋ ਗੱਲ ਤੁਸੀਂ ਸਵਾਲ ਬੜਾ ਵਧੀਆ ਕੀਤਾ, ਉਹਦਾ ਜਵਾਬ ਇਹ ਆ ਵੀ ਇਹ ਗੱਲਾਂ ਸਾਊਦੀ ਅਰੇਬੀਆ 'ਚ ਨਹੀਂ ਹੁੰਦੀਆਂ, ਰਸ਼ੀਆ 'ਚ ਨਹੀਂ ਹੁੰਦੀਆਂ, ਕਿਤੇ ਹੋਰ ਨਹੀਂ ਹੁੰਦੀਆਂ। ਆਇਲ ਦਾ ਤਾਂ ਸਾਰੀ ਦੁਨੀਆ 'ਚ ਫਰਕ ਪੈ ਰਿਹਾ ਹੈਗਾ। ਸਾਊਦੀ ਅਰੇਬੀਆ ਵਾਲੇ ਇੰਨਾ ਆਇਲ ਪ੍ਰੋਡਿਊਸ ਕਰ ਰਹੇ ਨੇ, ਨਹੀਂ ਸੁਣੋ ਉੱਥੇ ਜਾ ਕੇ ਕੋਈ ਵੀ এনवायरमेंटलिस्ट ਇਹ ਨਹੀਂ ਕਹਿੰਦਾ ਵੀ ਤੁਸੀਂ ਡਿਵਰਸਿਫਾਈ ਕਰ ਲਓ, ਆਪਣੀ ਆਇਲ ਪ੍ਰੋਡਕਸ਼ਨ ਘੱਟ ਕਰ ਲਓ। ਸਿਰਫ ਇੱਕ ਅਲਬਰਟਾ ਛੋਟਾ ਜਿਹਾ ਸੂਬਾ, ਇਹ ਬੇਵਕੂਫੀ ਦੀ ਗੱਲ ਇਹ ਆ ਕਿ ਕੈਨੇਡੀਅਨ ਹੀ ਆਪਣੇ ਰਿਸੋਰਸਿਸ ਨੂੰ ਅਲਬਰਟਨ ਦੇ ਰਿਸੋਰਸਿਸ ਸਮਝਦੇ ਨੇ। ਸਾਊਦੀ ਅਰੇਬੀਆ ਨੂੰ ਕੋਈ ਨਹੀਂ ਕਹਿੰਦਾ ਪ੍ਰੋਡਕਸ਼ਨ ਘੱਟ ਕਰੋ, ਰਸ਼ੀਆ ਨੂੰ ਘੱਟ ਕੋਈ ਨਾ ਕਰੋ, ਅਮਰੀਕਾ ਨੂੰ ਨਾ ਘੱਟ ਕਰੋ। ਅਸੀਂ ਆਪ ਦੇ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਕਿਉਂ ਛੱਡ ਦਈਏ? 2040 ਦੇ ਵਿੱਚ $70 ਮਿਲੀਅਨ ਬੈਰਲ ਹੋਣੀ ਚਾਹੀਦੀ ਹੈ ਡਿਮਾਂਡ। ਉਹ ਡਿਮਾਂਡ ਦੇ ਵਿੱਚ ਅਸੀਂ ਚੌਥਾ ਹਿੱਸਾ ਬਣਨਾ ਚਾਹੁੰਦੇ ਹਾਂ, ਤੀਜਾ ਪ੍ਰੋਡਕਸ਼ਨ ਆ, ਅਸੀਂ ਕਿਉਂ ਛੱਡ ਦਈਏ? ਸਾਡੀ ਦੇਖੋ ਸੁਣੋ 10-15 ਸਾਲਾਂ ਤੋਂ ਇਹਨਾਂ ਨੇ ਉਹੀ ਆਪਣੀਆਂ ਜਿਹੜੀਆਂ ਕਹਿੰਦੇ ਹੁੰਦੇ ਗਲਤ ਚਾਲਾਂ ਨਾ ਚੱਲ ਕੇ, ਨਾ ਤਾਂ ਸਾਨੂੰ ਕੋਈ ਪਾਈਪਲਾਈਨ ਬਣਾਉਣ ਦਿੱਤੀ, ਸਾਨੂੰ ਰਿਸੋਰਸਿਸ ਉੱਥੇ ਨਹੀਂ ਲਿਜਾਣ ਦਿੱਤੇ। ਪਿਛਲੇ 10-15 ਸਾਲਾਂ ਤੋਂ ਜਿਹੜਾ ਆਇਲ ਸਾਡਾ ਵਿਕਿਆ ਹੋਣਾ ਚਾਹੀਦਾ ਸੀ, ਸਾਡੀ ਮਾਲੀ ਹਾਲਤ ਵਧੀਆ ਹੋਣੀ ਚਾਹੀਦੀ ਸੀ। ਕਿਸੇ ਚੀਜ਼ ਨੂੰ ਡਿਵਰਸੀਫਾਈ ਕਰਨਾ, ਤੁਹਾਡੀ ਮਾਲੀ ਹਾਲਤ ਵਧੀਆ ਹੋਣੀ ਚਾਹੀਦੀ ਆ, ਕਿਉਂਕਿ ਜੇ ਸੂਬੇ ਦੀ ਮਾਲੀ ਹਾਲਤ ਨਹੀਂ ਹੈਗੀ, ਤੁਹਾਨੂੰ ਤਾਂ ਕੋਈ ਲੋਨ ਨਹੀਂ ਦਿੰਦਾ, ਕਰਜ਼ਾ ਨਹੀਂ ਦਿੰਦਾ, ਪੈਸੇ ਤਾਂ ਚਾਹੀਦੇ ਨੇ। ਜਿਹੜੇ ਬੰਦੇ ਇੱਥੇ ਆ ਕੇ এনवायरमेंटलिस्ट ਸਾਨੂੰ ਲੈਕਚਰ ਦਿੰਦੇ ਨੇ ਕਿ ਤੁਹਾਨੂੰ ਆਹ ਹਵਾ ਦੀ ਲੋੜ ਆ, ਤੁਹਾਨੂੰ ਸੂਬੇ ਦੀ ਲੋੜ ਆ, ਉਹਨਾਂ ਨੂੰ ਇੱਕੋ ਹੀ ਮੈਸੇਜ ਆ ਕਿ ਸਾਨੂੰ ਥੋਤੋਂ ਲੈਕਚਰ ਲੈਣ ਦੀ ਲੋੜ ਨਹੀਂ ਹੈਗੀ। ਸਾਡੇ ਕੋਲ ਜਿਹੜੇ ਰਿਸੋਰਸਿਸ ਨੇ, ਤੁਹਾਡੀ ਗੱਲ ਜਾਇਜ਼ ਵੀ ਹੋ ਸਕਦੀ ਹੈ, 25-30 ਸਾਲ 'ਚ ਖਤਮ ਹੋਣਗੇ, ਪਰ ਉਹਨਾਂ ਦੀ ਅਸੀਂ ਪੂਰੀ ਵੈਲਿਊ ਲੈਣਾ ਚਾਹੁੰਦੇ ਹਾਂ। ਹਾਂ ਬਿਲਕੁਲ, ਇਸ 'ਚ ਦੋ ਐਸਪੈਕਟ ਹੈਗੇ ਨੇ। ਇੱਕ ਤਾਂ ਇਹ ਵੀ ਗੱਲ ਆਉਂਦੀ ਹੈ, ਕੁਐਸਚਨ ਜਿਹੜਾ ਮੇਰਾ ਹੈਗਾ, ਜਾਂ ਜਿਵੇਂ ਆਪਾਂ ਕਹੀਏ 25-30 ਸਾਲ ਹੈਗਾ, ਫਿਰ ਉਹਦੇ 'ਚ ਦੂਜਾ ਇਹ ਵੀ ਆਉਂਦਾ ਹੈਗਾ ਐਸਪੈਕਟ ਕਿ ਜੇ ਮੰਨ ਲਓ ਕਿ ਕਿਸੇ ਚੀਜ਼ ਦੀ ਵੈਲਿਊ ਹੋਣੀ ਹੈਗੀ, ਕਰੰਟ ਦੇ ਵਿੱਚ ਹੈਗੀ ਆ, ਕਿਉਂ ਨਹੀਂ ਉਹਨੂੰ ਕੱਢ ਕੇ ਵੇਚ ਕੇ ਜਿਹੜਾ ਹੈਗਾ ਵੀ ਯੂਜ਼ ਕਰ ਲਵੋ ਫਟਾਫਟ, ਨਹੀਂ ਤਾਂ ਉਹਦੀ ਵੈਲਿਊ ਵੀ ਖਤਮ ਹੋ ਜਾਣੀ ਹੈਗੀ ਹੈ। ਉਹਨੂੰ ਕੱਟਣ ਦੇ ਵਿੱਚ ਪ੍ਰੋਬਲਮ ਇਹੀ ਆ ਕਿ ਸਾਡੇ ਕੋਲ ਕੰਪਨੀਆਂ, ਪਰ ਸਾਡੇ ਕੋਲੇ ਟਰਾਂਸਪੋਰਟੇਸ਼ਨ ਦੀ ਫੈਸਿਲਿਟੀ ਦੇ ਲਈ ਜਿਹੜੇ ਬਿਲੀਅਨਸ ਡਾਲਰ ਦੀਆਂ এনवायरमेंटलिस्ट ਇੱਥੇ ਪ੍ਰਦਰਸ਼ਨ ਕਰਦੇ ਨੇ, ਜਿਹੜੇ ਹੁਣ ਕਰੋਨਾ ਵਾਇਰਸ ਕਰਕੇ ਸ਼ਾਂਤ ਬੈਠੇ ਨੇ, ਇਹਨਾਂ ਨੂੰ ਸਾਊਦੀ ਅਰੇਬੀਆ, ਰਸ਼ੀਆ ਨਹੀਂ ਯਾਦ ਆਉਂਦਾ ਜਿਨ੍ਹਾਂ ਦੇ ਡਿਸੀਜਨ ਨੇ ਅਲਬਰਟਾ ਨੂੰ ਕਿੰਨਾ ਅਫੈਕਟ ਕੀਤਾ। ਸਾਡੇ ਉਹਨਾਂ ਦੇ ਜਿਹੜੀਆਂ ਆਪਸ 'ਚ ਉਹਨਾਂ ਦੀ ਪ੍ਰੋਬਲਮ ਸੀ, ਉਹ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਸੀ, ਸਫਰ ਅਸੀਂ ਕਰ ਰਹੇ ਹਾਂ। ਬਿਲਕੁਲ ਨਹੀਂ, ਉਹ ਵੀ ਗੱਲ ਤੁਹਾਡੀ ਠੀਕ ਹੈਗੀ ਹੈ, ਕਿਉਂਕਿ ਜਿਹੜੇ এনवायरमेंटलिस्ट ਹੁੰਦੇ ਨਾ, ਉਹਨਾਂ ਦੇ ਮੇਰੇ ਖਿਆਲ ਮੁਜ਼ਾਹਰਾ ਕਰਨ ਦੇ ਨਾਲ ਫਰਕ ਜ਼ਰੂਰ ਪੈਂਦਾ ਹੈਗਾ, ਪਾਲਿਸੀਆਂ ਦਾ ਫਰਕ ਪੈ ਜਾਂਦਾ, ਜੇ ਕਿਤੇ ਵੀ ਉਹਦਾ ਜਿਹੜਾ ਫਰਕ ਜੇ ਪ੍ਰਭਾਵ ਪਾ ਸਕਦੇ ਹੈਗੇ ਨੇ, ਤਾਂ ਫਰਕ ਪਾਉਂਦੀਆਂ ਵੀ ਹੈਗੀਆਂ ਉਹਨਾਂ ਦੇ ਮੁਜ਼ਾਹਰੇ। ਸਿਰਫ ਅਲਬਰਟਾ 'ਚ ਪਾਉਂਦੇ ਭਾਜੀ ਨਹੀਂ, ਉਹਨਾਂ ਕੋਲ ਸਾਊਦੀ ਅਰੇਬੀਆ 'ਚ ਕਰ ਰਿਹਾ, ਉਹ ਟੇਕ ਦੇ ਪੈਸੇ ਮੈਂ ਦਊਂਗਾ, ਇੱਥੇ ਰੌਲਾ ਨਹੀਂ ਪਾਉਣਾ, ਉੱਥੇ ਰੌਲਾ ਪਾਓ, ਤੁਹਾਨੂੰ ਦੱਸਣਗੇ ਉਹ ਡਿਟੈਕਟਰ ਕਿ ਮੇਰਾ ਹੁੰਦਾ। ਯਾਨੀ ਮੈਂ ਸੱਚੀ ਗੱਲ ਦੱਸਦਾ, ਅੱਜ ਤੱਕ ਸਾਊਦੀ ਅਰੇਬੀਆ ਦੇ ਵਿੱਚ
ਇਹ ਕੋਈ ਜਿਹੜੇ ਲੈਫਟ ਵਾਲੇ ਜਿਹੜੇ ਤੁਰੇ ਫਿਰਦੇ ਨੇ ਨਾ, ਇਹਨਾਂ ਨੇ ਇੱਕ ਵੀ ਪ੍ਰਦਰਸ਼ਨ ਨਹੀਂ ਕੀਤਾ, ਰਸ਼ੀਆ ਦੇ ਵਿੱਚ ਨਹੀਂ ਕੀਤਾ। ਤੁਹਾਨੂੰ ਉਹ ਮੁਲਕ ਦੱਸਣਗੇ ਵੀ ਸਾਡੇ ਉਹਨਾਂ ਦੇ ਰਿਸੋਰਸਸ ਨੂੰ ਖਰਾਬ ਕਰਨ ਦਾ ਕੀ ਫਰਜ਼ ਹੁੰਦਾ। ਇੱਥੇ ਇੱਕ ਸ਼ਾਂਤਮਈ ਮੁਲਕ 'ਚ ਰਹਿੰਦੇ ਆ, ਸਭ ਤੋਂ ਵਧੀਆ এনवायरमेंटਲ ਫਰੈਂਡਲੀ ਆ, ਇੱਥੇ ਅਸੀਂ ਗੱਲਾਂ ਵੀ ਸੁਣ ਲੈਂਦੇ ਆ। ਇਹ ਗੱਲਾਂ ਸੁਣਨ ਵਾਲੇ ਨਾ ਦਾ ਸਾਡਾ ਪ੍ਰੀਮੀਅਰ ਆ, ਨਾ ਅਸੀਂ ਸੁਣਨੀਆਂ। ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੇਰਾ ਜਿਹੜਾ ਸਵਾਲ ਸੀ ਨਾ, ਮੇਰਾ এনवायरमेंटਲਿਸਟ ਦੇ ਮੇਰਾ ਸਵਾਲ ਸੀ ਇਕਨੋਮਿਕਸ ਦੇ ਹਿਸਾਬ ਨਾਲ ਜਿਹੜੀ ਦੁਨੀਆ ਦੇ ਵਿੱਚ ਡਿਮਾਂਡ ਚੇਂਜ ਹੋਣੀ ਹੈਗੀ ਹੈ ਨਾ, ਉਹ ਲੈਫਟਿਸਟ ਦੀ ਸੋਚ ਦੇ ਮੁਤਾਬਕ ਨਹੀਂ ਚੇਂਜ ਹੋਣੀ ਹੈਗੀ। ਪਰ ਉਹ ਸਾਨੂੰ ਹਰਟ ਬਹੁਤ ਕਰ ਰਹੇ ਨੇ। ਹਾਂ ਸਾਨੂੰ ਹਰਟ ਬਹੁਤ ਕਰ ਰਹੇ। ਮੈਂ ਤੇ ਇਹ ਕਹਿ ਨਹੀਂ ਤੁਹਾਨੂੰ ਹਰਟ ਕਰ ਰਹੇ ਨੇ, ਪਰ ਤੁਹਾਨੂੰ ਨਹੀਂ ਸੂਬੇ ਨੂੰ ਇਹ ਸੂਬੇ ਨੂੰ ਇਹ ਜਿਹੜੇ ਸੂਬੇ ਦੀ ਹਾਲਤ ਬਣਾਉਣ ਦੇ ਵਿੱਚ ਇਹਨਾਂ ਨੂੰ ਸਾਨੂੰ ਸਾਰੀਆਂ ਲੇਟ ਹੋ ਗਏ ਆਪਾਂ ਪਾਈਪਲਾਈਨ ਬਣਾਉਣ ਦੇ ਵਿੱਚ। ਸਾਰੀਆਂ ਜਨਰੇਸ਼ਨਾਂ ਨੂੰ ਦੱਸਣਾ ਪਊਗਾ ਕਿ ਜਿਹੜੇ ਦਿਨ ਜਿੰਨੇ ਵੀ ਅਜੇ ਲੇਟ ਹੋ ਰਹੇ ਆ, ਕਿਸੇ ਵੀ ਕਾਰਨ ਲੇਟ ਹੋ ਰਹੇ ਆ, ਸਮੇਂ ਦੇ ਅਸੀਂ ਉਲਟ ਚੱਲ ਰਹੇ ਆ। ਸਮਾਂ ਸਾਡੇ ਕੋਲ ਪਤਾ ਨਹੀਂ 20 ਸਾਲ ਆ 30 ਸਾਲ ਆ, ਸਾਡੇ ਕੋਲ ਇੱਕ ਇੱਕ ਦਿਨ ਦੀ ਗੱਲ ਆ। ਪਰ ਇਹ ਸਾਨੂੰ ਅਸੀਂ ਡਿਵਰਸੀਫਾਈ, ਮੈਂ ਕਦੋਂ ਕਹਿੰਦਾ ਵੀ ਡਿਵਰਸੀਫਾਈ ਨਹੀਂ ਹੋਊਗਾ, ਪਰ ਆਪਣੀ ਮਾਲੀ ਹਾਲਤ ਸੁਧਾਰਨੀ ਪਊਗੀ। ਮੈਂ ਉਹ ਜਿਹਾ ਕਹਿ ਰਿਹਾ ਹੈਗਾ, ਮੈਂ ਉਹ ਜਿਹਾ ਦੇਸ਼ ਨਹੀਂ ਚਾਹੁੰਦਾ, ਮੈਂ ਉਹ ਜਿਹਾ ਸੂਬਾ ਨਹੀਂ ਚਾਹੁੰਦਾ ਕਿ ਸਾਨੂੰ ਹਫ਼ਤੇ ਲਈ ਪ੍ਰੋਬਲਮ ਆਈ ਹੋਵੇ ਤੇ ਅਸੀਂ ਹੱਥ ਅੱਡ ਕੇ ਪੈਸੇ ਮੰਗਦੇ ਹੋਈਏ। ਉਹਨਾਂ ਦੀ ਸਾਰਿਆਂ ਦੀ ਹਾਲਤ ਇੰਨੀ ਵਧੀਆ ਹੋਣੀ ਚਾਹੀਦੀ ਆ। ਤੋ ਦੇਖੋ ਜਿਹੜੀ ਅਸੀਂ ਸੇਵਿੰਗ ਕਰਦੇ ਆ ਜਾਂ ਫਿਊਚਰ ਵਾਸਤੇ ਮੁਸ਼ਕਲਾਂ ਦੀ ਗੱਲ ਕਰਦੇ ਰਹਿੰਦੇ ਆ, ਬੱਚਿਆਂ ਨੂੰ ਵੀ ਸਿਖਾਉਂਦੇ ਆ, ਸਭ ਕੁਝ ਸਿਖਾਉਂਦੇ ਆ, ਅਸੀਂ ਉਸ ਉੱਤੇ ਅਮਲ ਵੀ ਕਰੀਏ। ਬਿਲਕੁਲ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਸੀ ਉਹੀ ਸੀ ਕਿ ਜੇ ਆਪਾਂ ਮਤਲਬ ਲੇਟ ਹੋ ਗਏ ਹਨ, ਪਹਿਲਾਂ ਹੀ ਆਲਰੇਡੀ ਪਾਈਪਲਾਈਨਾਂ ਲੇਟ ਹੋ ਗਈਆਂ, ਤੇ ਆਪਾਂ ਜਿਹੜੇ ਰਿਸੋਰਸਿਸ ਸੀ ਤੇ ਮਾਰਕੀਟ 'ਚ ਹੁਣ ਹੈਗੀ ਆ, ਤੇ ਆਪਾਂ ਨੂੰ ਜਿਹੜਾ ਹੈਗਾ ਵੀ ਉਦੋਂ ਕਰਨਾ ਚਾਹੀਦਾ। ਇੱਕ ਜਿਹੜੀ ਗੱਲ ਇਹ ਵੀ ਆਉਂਦੀ ਹੈਗੀ ਆ ਕਿ ਜਦੋਂ ਅਸੀਂ ਮਤਲਬ ਪਾਈਪਲਾਈਨ ਦੀ ਗੱਲ ਕਰਦੇ ਆ ਵੀ ਸਾਡਾ ਟਰਾਂਸਪੋਰਟ ਨਹੀਂ ਹੋ ਰਿਹਾ, ਵੀ এনवायरमेंटलिस्ट ਨੇ ਕਿਸੇ ਵੀ ਵਜ੍ਹਾ ਕਰਕੇ ਜਿਹੜਾ ਕਿ ਜਾਂ ਪੋਲੀਟੀਕਲੀ ਜਾਂ এনवायरमेंटलिस्ट ਸੀ ਉਹਨਾਂ ਨੇ ਰੁਕਾਵਟਾਂ ਪਾਈਆਂ, ਆਪਾਂ ਲੇਟ ਹੋ ਗਏ ਉਸ ਚੀਜ਼ ਤੋਂ। ਪਰ ਇੱਕ ਇਹ ਵੀ ਚੀਜ਼ ਆਉਂਦੀ ਹੈਗੀ ਹੈ ਕਿ ਜਿਹੜਾ ਸਾਡਾ ਆਇਲ ਹੈਗਾ ਉਹ ਥਿਕ ਹੈਗਾ ਹੈ ਨਾ, ਤੇ ਉਹਨੂੰ ਜਿਹੜਾ ਦਾ ਫਲੋ ਹੈਗਾ ਵੀ ਉਹ ਇੰਨਾ ਵਧੀਆ ਨਹੀਂ ਹੈਗਾ। ਉਸ ਟੈਕਨੋਲੋਜੀ ਨੂੰ ਡਿਵੈਲਪ ਕਰਨ ਵਾਸਤੇ ਕਿ ਆਪਾਂ ਜਿਹੜਾ ਆਪਣੇ ਆਇਲ ਦੀ ਜਿਹੜੀ ਹੈਗੀ ਆ ਵੀ ਇੱਥੇ ਔਨ ਗਰਾਊਂਡ ਜਿਹੜੀ ਆ ਉਹਨੂੰ ਥੋੜ੍ਹੀ ਬਹੁਤੀ ਇੰਪਰੂਵ ਕਰ ਸਕੀਏ, ਕੋਈ ਨਵੀਂ ਟੈਕਨੋਲੋਜੀ ਲੈ ਸਕੀਏ, ਕੋਈ ਨਵੀਂ ਇਨੋਵੇਸ਼ਨ, ਕੋਈ ਨਵਾਂ ਆਈਡੀਆ ਕੋਈ ਲੈ ਕੇ ਉਹਦੇ ਤੇ ਵੀ ਕੋਈ ਪ੍ਰੋਜੈਕਟ ਹੈਗੇ, ਗਵਰਨਮੈਂਟ ਦੀ ਕੋਈ ਸੋਚ ਕੰਮ ਕਰਦੀ ਹੈਗੀ ਕਿ ਕਿਉਂ ਨਾ ਇਹਦੀ ਐਫੀਸ਼ੀਐਂਸੀ ਆਪਾਂ ਵਧਾਈਏ ਜਿਹੜੀ ਪਾਈਪਲਾਈਨ ਹੈਗੀ। ਦੇਖੋ ਉਹਦੇ ਵਿੱਚ ਕਈ ਡਿਲਿਊਂਟ ਜਿਹੜੇ ਉਹਨਾਂ ਨੇ ਡਿਲਿਊਂਟ ਯੂਜ਼ ਕਰ ਰਹੇ ਨੇ, ਉਹ ਅਪਕਮਿੰਗ ਟੈਕਨੋਲੋਜੀ ਆ। ਪਰ ਕਈ ਸਲਾਹਕਾਰ ਇਹ ਵੀ ਦਿੰਦੇ ਨੇ ਕਿ ਅਸੀਂ ਇੱਥੇ ਕਿਉਂ ਨਹੀਂ ਰਿਫਾਈਨਰੀ ਲਾਉਂਦੇ, ਵੀ ਇੱਥੇ ਰਿਫਾਈਨਰੀ ਲਾ ਕੇ ਅਸੀਂ ਤੇਲ ਕਿਉਂ ਨਹੀਂ ਵੇਚਦੇ, ਰਿਫਾਈਨ ਕਰ ਸਕਦੇ ਹਾਂ। ਉਹਦੀ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਕਿਉਂ ਨਹੀਂ ਕਰਦੇ। ਕਿਉਂਕਿ ਨਾਰਥ ਵੈਸਟ ਐਡਮਿੰਟਨ ਦੇ ਵਿੱਚ ਨਾਰਥ ਵੈਸਟ ਜਿਹੜਾ ਹੈਗਾ ਅਪਗ੍ਰੇਡਰ ਬਣਾਇਆ ਸੀ, ਉਹ 3 ਬਿਲੀਅਨ ਦੀ ਕਾਸਟ ਤੇ ਬਣਨਾ ਸੀ, $3 ਬਿਲੀਅਨ ਤੇ। ਉਹਦੇ ਨਾਲ ਉਹਨਾਂ ਦੀ ਸਰਕਾਰ ਦੀ ਜਿਹੜੀ ਕੰਪਨੀ ਬਣਾਉਣਾ ਸੀ, ਉਹ ਸਿਟੀ ਤੇ 50,000 ਬੈਰਲ ਰੋਜ਼ ਦੇ ਰਿਫਾਈਨ ਕਰਾਇਆ ਰਹੇ। ਉਹ ਅਸੀਂ ਉਹਨਾਂ ਨੂੰ ਕਰੂਡ ਆਇਲ ਦੇਣਾ ਸੀ ਤੇ ਉਹਨਾਂ ਨੇ ਰਿਫਾਈਨਰੀ ਲਾਈ ਸੀ। ਉਸ ਦੇ ਵਿੱਚ ਉਹਨਾਂ ਨੂੰ ਸਰਕਾਰ ਨੇ ਦੱਸਿਆ ਸੀ ਜਿਹੜੇ ਉਹਨਾਂ ਦੀ ਲਾਇਬਿਲਿਟੀ ਸੀਗੀ, ਫਾਈਨੈਂਸ਼ੀਅਲ ਲਾਇਬਿਲਿਟੀ, ਟਿਲ ਉਹਨਾਂ ਦੀ ਆਪਦੀ ਜਿਹੜੀ ਕਪੈਸਿਟੀ ਤੇ ਰਨ ਕਰਨਗੇ, ਉਹਦਾ ਸਾਰਾ ਇੰਟਰਸਟ ਗਵਰਨਮੈਂਟ ਨੇ ਦੇਣਾ ਸੀ। ਅੱਛਾ 7-8 ਸਾਲ ਤੋਂ ਹੋ ਗਿਆ, ਹੁਣ 10-12 ਸਾਲ ਤੋਂ ਹੋ ਗਿਆ ਪ੍ਰੋਜੈਕਟ ਸ਼ੁਰੂ। ਹੁਣ ਉਹ $13 ਬਿਲੀਅਨ ਦਾ ਹੋ ਚੁੱਕਿਆ। ਅੱਛਾ ਇੱਕ ਵੀ ਬੈਰਲ ਨਹੀਂ ਉਹ ਰਿਫਾਈਨ ਕਰ ਰਿਹਾ। ਸਾਨੂੰ $300 ਮਿਲੀਅਨ ਉਹਦਾ ਇੰਟਰਸਟ ਦੇਣਾ ਪੈਂਦਾ, ਹਜੇ ਦੇ ਰਹੇ ਆ। ਤੇ ਉਹਨਾਂ ਨੇ ਹੀਟ ਐਕਸਚੇਂਜਰ ਲਾਇਆ ਹੋਇਆ, ਕਿਤੇ ਉਹਨਾਂ ਦੀ ਕੋਈ ਟੈਕਨੀਕਲ ਪ੍ਰੋਬਲਮ ਆ ਤੇ ਉਹਦੀ ਪ੍ਰੋਡਕਸ਼ਨ ਨਹੀਂ ਹੋ ਰਹੀ। ਹੁਣ ਉਹ ਜਿਹੇ ਪ੍ਰੋਜੈਕਟ ਨੂੰ ਕੰਪੇਅਰ ਕਰੀਏ, ਰਿਲਾਇੰਸ ਦਾ ਜਿਹੜਾ MRPL ਦਾ ਵਰਲਡ ਦੀ ਸਭ ਤੋਂ ਵੱਡੀ ਕਹਿੰਦੇ ਰਿਫਾਈਨਰੀ ਲੱਗੀ ਹੈ, ਉਹ 3 ਬਿਲੀਅਨ ਦੀ ਲੱਗੀ, 1.2 ਮਿਲੀਅਨ ਬੈਰਲਸ ਪਰ ਡੇ ਰਿਫਾਈਨ ਕਰਦੇ ਨੇ। ਹੁਣ ਉਹ ਟੈਕਨੋਲੋਜੀ ਵੀ ਆਬਸੋਲੀਟ ਹੋਈ ਜਾ ਰਹੀ ਆ, ਤੇ ਜੇ ਉਹ ਜੀ ਟੈਕਨੋਲੋਜੀ ਨੂੰ ਅਸੀਂ ਇੱਥੇ ਲੈ ਕੇ ਆਉਨੇ ਆ, ਅਸੀਂ 1.2 ਮਿਲੀਅਨ ਬੈਰਲ ਰਿਫਾਈਨ ਕਰਕੇ ਵੇਚਾਂਗੇ ਕਿੱਥੇ? ਕਿਉਂਕਿ ਉਹ ਪੈਰੀਸ਼ੇਬਲ ਹੋ ਜਾਂਦਾ ਨਾ, ਪੈਰੀਸ਼ੇਬਲ ਹੋ ਜਾਂਦਾ। ਇਹ ਤਾਂ ਕਰੂਡ ਨੂੰ ਤਾਂ ਤੁਸੀਂ ਕਰ ਦਿੰਦੇ ਹੋ, ਉਹਦੀ ਏਜ ਤੇ ਫੈਕਟਰ ਵੀ ਹੈਗਾ, ਤੇ ਦੂਜੇ ਪਾਸੇ ਉਹਦਾ ਲੈਣ ਵਾਲਾ ਵੀ ਕੌਣ ਆ? ਜਿਹੜਾ ਮੁਲਕ ਨੇ, ਇੰਡੀਆ, ਚਾਈਨਾ ਜਾਂ ਉਹਨਾਂ ਦੇ ਸਾਰਿਆਂ ਦੀਆਂ ਆਪਦੀਆਂ ਰਿਫਾਈਨਰੀਆਂ ਨੇ। ਦੇ ਵਾਂਟ ਕਰੂਡ, ਦੇ ਡੋਨਟ ਵਾਂਟ ਦ ਰਿਫਾਈਨਡ ਵਨ। ਉਹਦੀ ਮਾਰਕੀਟ ਵੀ ਨਹੀਂ ਹੈਗੀ। ਠੀਕ ਹੈ, ਫਿਰ ਉਹ ਜਿਹੜੀ ਗੱਲ ਆ ਉਹ ਆਪਣੇ ਕੰਜ਼ਿਊਮਰ ਬੇਸ ਤੇ ਐਡੀ ਵੱਡੀ ਇਨਵੈਸਟਮੈਂਟ ਲਾਉਣੀ ਵੀ ਨਹੀਂ ਚਾਹੀਦੀ। ਨਾ ਤਾਂ ਤੁਹਾਡਾ ਅਮਰੀਕਾ ਨੇ ਲੈਣਾ ਤੁਹਾਡੇ ਕੋਲ, ਹਾਂ ਜ਼ਰੂਰ ਇਹਨਾਂ ਨੇ ਇੱਥੇ ਹੀ ਮਿਸਗਾਈਡ ਕੀਤਾ। ਟੈਕਨੋਲੋਜੀ ਇਹਨਾਂ ਨੂੰ ਡਿਵੈਲਪ ਕਰਨੀ ਚਾਹੀਦੀ ਸੀ ਕਿ ਪਾਈਪਲਾਈਨ ਦੀ ਜਿਹੜੀ ਕਪੈਸਿਟੀ ਆ ਤੇ ਟਰਾਂਸਪੋਰਟ ਦੇ ਵੇਟ ਕਿਵੇਂ ਵਧਾਏ ਜਾਣ। ਪਰ ਉਹ ਕਹਿੰਦੇ ਜੀ ਤੁਹਾਡਾ ਤਾਂ ਤੇਲ ਹੀ ਬੰਦ ਆ, ਇਹਨਾਂ ਨੂੰ ਤਾਂ ਬੰਦ ਹੀ ਕਰ ਦਿਓ, ਆਇਲ ਮਾਈਨਾਂ ਹੀ ਬੰਦ ਕਰ ਦਿਓ। ਜਦੋਂ ਇਹ ਜੇਲ ਵੱਡਾ ਦਾ ਆਇਲ ਲੱਗ ਜਾਂਦਾ, ਇਹਨੂੰ ਬੰਦ ਹੀ ਕਰ ਦਿਓ। ਬਹਾਨਾ ਪਾਈਪਲਾਈਨਾਂ ਦਾ ਲਾਇਆ, ਹੁਣ ਜੇ ਤੁਸੀਂ ਸਾਊਦੀ ਅਰੇਬੀਆ ਤੋਂ ਆਇਲ ਲਈ ਜਾਂਦੇ ਹੋ, ਉਹ ਨਹੀਂ ਮਾੜਾ ਹੈਗਾ, ਅਲਬਰਟਾ ਤੋਂ ਲੈਂਦੇ ਹੋ ਮਾੜਾ ਜੀ। ਇੱਕ ਮੈਂ ਇੱਥੇ ਵੀ ਤੁਹਾਨੂੰ, ਕਿਉਂਕਿ ਆਇਲ ਐਂਡ ਗੈਸ ਨਾਲ ਰਿਲੇਟਡ ਸਾਡੀ ਇਕੋਨਮੀ ਵੀ ਹੈਗੀ, ਬਹੁਤ ਸਾਰੇ ਸਾਡੇ ਸੁਣਨ ਵਾਲੇ ਵੀ ਜਿਹੜੇ ਉੱਥੇ ਕੰਮ ਵੀ ਕਰਦੇ ਹੈਗੇ ਨੇ, ਜ਼ਰੂਰ ਇਹਨੂੰ ਮਤਲਬ ਸੈਟਬੈਕ ਤੇ ਲੱਗਿਆ ਹੋਗਾ ਇੰਡਸਟਰੀ ਨੂੰ। ਗਵਰਨਮੈਂਟ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਸਪੋਰਟ ਇਸ ਇੰਡਸਟਰੀ ਵਾਸਤੇ ਕੀਤੀ ਜਾ ਰਹੀ ਹੈਗੀ ਆ? ਦੇਖੋ ਉਸ ਤੋਂ ਪਹਿਲਾਂ ਜਿਵੇਂ ਜਿਹੜੀ ਗੱਲ ਚੱਲਦੀ ਸੀ ਟਰਾਂਸ ਮਾਊਂਟੇਨ ਦੀ, ਫੈਡਰਲ ਗਵਰਨਮੈਂਟ ਨੇ ਟਰਾਂਸ ਮਾਊਂਟੇਨ ਪਾਈਪਲਾਈਨ ਬਾਈ ਕਰ ਲਈ, ਉਹ ਫਿਰ ਵੀ ਮੁਸ਼ਕਲਾਂ ਚੋਂ ਲੰਘਦੀ ਹੋਈ ਪਾਈਪਲਾਈਨ ਦੀ ਜਿਹੜੀ ਕੰਸਟਰਕਸ਼ਨ ਆ ਉਹ ਚੱਲ ਰਹੀ ਆ। ਉਦੋਂ ਬਾਅਦ TMX ਦੀ ਸੀ, ਕੀਸਟੋਨ ਦੀ,
ਉਹ ਓਬਾਮਾ ਸਾਹਿਬ ਨੇ ਵੀਟੋ ਕਰਤੀ ਸੀ ਪਹਿਲਾਂ, ਉਸ ਤੋਂ ਬਾਅਦ ਟਰੰਪ ਨੇ ਆ ਕੇ ਚਾਲੂ ਕਰਤੀ ਤੇ ਅਸੀਂ ਚਾਲੂ ਕਰਤੀ। ਪਰ TMX ਜਿਹੜੀ ਸਾਡੀ ਆਹ ਜਿਹੜੀ ਟੀ-ਸਟੋਨ ਆ ਇਹ ਪ੍ਰੋਬਲਮ ਚ ਆ ਰਹੀ ਸੀ, ਉਹਨਾਂ ਨੂੰ ਵੀ ਫਿਊਚਰ ਨਹੀਂ ਸੀ ਦਿਖ ਰਿਹਾ। ਤੇ ਗਵਰਨਮੈਂਟ ਨੇ ਫਿਰ ਅਸੀਂ ਉਹਨਾਂ ਨੂੰ $1.5 ਬਿਲੀਅਨ ਦੀ ਇਨਵੈਸਟਮੈਂਟ ਦਿੱਤੀ ਤੇ ਜਿਹੜੀ ਲੋਨ ਗਰੰਟੀ ਵੀ ਦਿੱਤੀ ਆ। ਹੁਣ ਉਸ ਦੇ ਨਾਲ ਉਹ ਆ ਵੀ ਉਹ ਬਾਰਡਰ ਕ੍ਰਾਸ ਕਰ ਰਹੀ ਆ, ਕੱਲ ਦੀ ਨਿਊਜ਼ ਹੀ ਐਕਚੁਅਲੀ, ਮੈਂ ਫੋਟੋ ਵੀ ਦੇਖੀ ਜੈਸੇ ਕੈਨਿਓ ਹੋਰਾਂ ਨੇ ਵੀ ਸ਼ੇਅਰ ਕੀਤੀ। ਸੋ ਉਸ ਤੋਂ ਬਾਅਦ ਲਾਈਨ 3 ਸਾਡੇ ਕੋਲੇ ਆ ਜਾਣੀ ਆ। ਜਦੋਂ ਇਹ 3 ਪਾਈਪਲਾਈਨਾਂ ਆ ਗਈਆਂ 8 ਲੱਖ ਦੇ ਆਲਮੋਸਟ ਇਹਨਾਂ ਦੀ ਕਪੈਸਿਟੀ ਆ, 5 ਲੱਖ ਉਹਦੀ ਬਣ ਜਾਣੀ ਆ ਟਰਾਂਸ ਮਾਊਂਟੇਨ ਦੀ। ਜੇ 3 ਪਾਈਪਲਾਈਨਾਂ ਵੀ ਬਣ ਜਾਂਦੀਆਂ ਨੇ, ਮੈਨੂੰ ਲੱਗਦਾ ਇਹ 8ਵੀਂ ਪਾਈਪਲਾਈਨ ਹੋਊਗੀ, ਤੋਂ ਬਾਅਦ ਪਾਈਪਲਾਈਨ ਨਹੀਂ ਬਣਨੀ ਕੀਸਟੋਨ ਤੋਂ ਬਾਅਦ। ਫਿਰ ਯੈਸ ਅਰਾਊਂਡ ਜਦੋਂ ਇੰਨੇ ਬੈਰਲ ਜਾਣਗੇ ਤਾਂ ਸੂਬੇ ਦੀ ਸਥਿਤੀ ਠੀਕ ਹੋਊਗੀ। ਪਰ ਰੌਲਾ ਇਹੀ ਆ ਵੀ ਉਹਨੂੰ ਕਦੇ ਕੋਰਟ ਦੇ ਵਿੱਚ ਘੜੀਸ ਲੈਣਾ, ਕਦੇ ਇਹਨਾਂ ਨੇ ਦੇਖੋ 10-12 ਸਾਲ ਹੋ ਗਏ ਨੇ। ਕੋਈ ਇਨਵੈਸਟਰ ਇਹੋ ਜਿਹਾ ਹੋਊਗਾ ਜਿਹੜਾ ਆਪਦੇ ਸਾਰੀ ਬਿਊਰੋਕ੍ਰੇਸੀ ਚੋਂ ਲੰਘ ਕੇ ਸਾਰਾ ਕੁਝ ਲੰਘ ਕੇ ਇੰਨਾ ਚਿਰ ਵੇਟ ਕਰੇ। ਦੂਜੇ ਪਾਸੇ ਜਿਹੜੇ ਸਾਊਦੀ ਅਰੇਬੀਆ ਤੇ ਰਸ਼ੀਆ ਦੇ ਵਿੱਚ ਇਨਵੈਸਟਮੈਂਟਾਂ ਵਧੀ ਜਾ ਰਹੀਆਂ ਨੇ, ਸਾਡੀ ਘਟੀਆਂ ਜਾ ਰਹੀਆਂ, ਉਹਨਾਂ ਦੀਆਂ ਵਧੀ ਜਾ ਰਹੀਆਂ। ਨਹੀਂ, ਇਹ ਤੇ ਇੱਕ ਤਰ੍ਹਾਂ ਤੇ ਫਿਰ ਉਹੀ ਗੱਲ ਹੋ ਜਾਂਦੀ ਵੀ ਹੁਣ ਮੌਕਾ ਹੈਗਾ, ਆਪਾਂ ਓਪਰਚੁਨਿਟੀ ਨੂੰ ਮਿਸ ਕਰ ਰਹੇ ਹੈਗੇ ਜੇ ਹੁਣ ਮਾਰਕੀਟ ਹੈਗੀ ਆ, ਬਾਕੀ ਬੰਦੇ ਵੇਚੀ ਜਾ ਰਹੇ ਤੇ ਸਾਨੂੰ ਈਸਟ ਵੈਸਟ ਦਾ ਕੋਈ ਚੱਕਰ ਨਹੀਂ ਹੈਗਾ। ਜੇ ਤੁਸੀਂ ਚਾਹੇ ਟੋਰਾਂਟੋ ਰਹਿੰਦੇ ਹੋ, ਕੁਬੈਕ ਰਹਿੰਦੇ ਹੋ, ਤੁਹਾਡਾ ਵੀ ਕੈਨੇਡੀਅਨ ਰਿਸੋਰਸਿਸ ਦੇ ਵਿੱਚ ਉਨਾ ਹੀ ਸ਼ੇਅਰ ਆ। ਅਲਬਰਟਾ ਸੂਬਾ ਹੈਗਾ, ਇਹਦੇ 'ਚ ਸਾਨੂੰ ਇਹ ਗੱਲ ਸਹਿਣੀ ਨਹੀਂ ਚਾਹੀਦੀ ਕਿ ਅਸੀਂ ਇੰਨੇ ਵਧੀਆ ਰਿਸੋਰਸਲ ਸੂਬੇ ਦੇ ਵਿੱਚ ਆਪਣੀ ਗਰੀਬੀ ਕਿਉਂ। ਪਰ ਇੱਕ ਸਵਾਲ ਦਾ ਜਵਾਬ ਮੈਂ ਜ਼ਰੂਰ ਤੁਹਾਡੇ ਕੋਲ ਚਾਹਾਂਗਾ ਕਿ ਜਿਵੇਂ ਮੰਨ ਲਓ ਆਪਾਂ ਕਹਿ ਰਹੇ ਹੈਗੇ ਵੀ ਤੁਸੀਂ ਲੈਫਟਿਸਟ ਨੂੰ ਭੁੱਲ ਜਾਓ, ਤੁਸੀਂ ਉਹਨਾਂ ਦਾ ਖਾਸੇ ਨਾਰਾਜ਼ ਲੱਗਦੇ ਹੈਗੇ ਹੋ, ਪਰ ਉਹਨਾਂ ਨੂੰ ਭੁੱਲ ਕੇ ਜੇ ਮੰਨ ਲਓ ਜੋ ਕਿਉਂਕਿ ਚੇਂਜ ਆਉਂਦੇ ਨੇ, ਇਕਨੋਮੀ 'ਚ ਚੇਂਜ ਆਉਂਦੇ, ਨਵੀਂ ਰੈਵੋਲੂਸ਼ਨ ਨੇ, ਨਵੀਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਹੈਗੀਆਂ। ਕੀ ਅਲਬਰਟਾ ਵਾਲਿਆਂ ਦੀ ਪ੍ਰਾਇੋਰਟੀ ਜਦ ਉਹ ਵੀ ਉਹਨਾਂ ਦੇ ਟੇਬਲ ਦੇ ਉੱਤੇ ਹੈਗਾ ਕਿ ਹਾਂ ਜੇ ਕੋਈ ਰੀਨਿਊਏਬਲ ਰਿਸੋਰਸਿਸ ਵਾਲੀ ਕੋਈ એનર્ਜੀ ਇੱਥੇ ਡਿਵੈਲਪ ਹੋ ਰਹੀ ਹੈ, ਜੋ ਕੋਈ ਲਗਾਉਣਾ ਚਾਹੁੰਦਾ ਹੈ ਤੇ ਉਹਦੇ ਵਾਸਤੇ ਵੀ ਵੈਲਕਮ ਹੈਗਾ। ਦੇਖੋ ਸਿੱਧੀ ਜੀ ਗੱਲ ਕਰਨਾ, ਜੇ ਉਹਨਾਂ ਕੋਲੇ ਬਿਜ਼ਨਸ ਪਲਾਨ ਹੈਗਾ ਐਂਡ ਦੇ ਕੈਨ ਸਸਟੇਨ, ਦੇ ਕੈਨ ਹੈਵ ਅ ਪ੍ਰੋਫਿਟੇਬਲ ਬਿਜ਼ਨਸ ਪਲਾਨ। ਜੇ ਆ ਕੇ ਗਵਰਨਮੈਂਟ ਨੇ ਸਾਰਾ ਕੁਝ ਉਹਨਾਂ ਨੂੰ ਦੇਣਾ, ਇਹ ਨਹੀਂ ਮਿਲਣਾ, ਬਿਲਕੁਲ ਨਹੀਂ ਮਿਲਣਾ। ਹਾਂ, ਜੇ ਉਹਨਾਂ ਕੋਲ ਪਲਾਨ ਹੈਗਾ ਇਟ ਕੈਨ ਸਸਟੇਨ, ਉਹਨਾਂ ਤੇ ਅਸੀਂ ਕੋਈ ਬੰਦਿਸ਼ਾਂ ਨਹੀਂ, ਪਲਾਨ ਆਏ ਵੀ ਹੈਗੇ ਆਫਰ ਕੁਝ ਉਹਨਾਂ ਤੇ ਅਸੀਂ ਕੋਈ ਬੰਦਿਸ਼ਾਂ ਨਹੀਂ ਲਾਈਆਂ ਹੋਈਆਂ ਕਿ ਤੁਹਾਨੂੰ ਲਾਇਸੈਂਸ ਨਹੀਂ ਮਿਲਣਗੇ, ਤੁਹਾਨੂੰ ਰਜਿਸਟ੍ਰੇਸ਼ਨ ਨਹੀਂ ਮਿਲੂ, ਸਭ ਕੁਝ ਲਾ ਸਕਦੇ ਨੇ। ਪਰ ਜੇ ਤੁਸੀਂ ਜਿਵੇਂ ontario ਦੇ ਵਿੱਚ ਸੀ, ਤੁਸੀਂ ਆਈ ਥਿੰਕ 82 ਸੈਂਟ ਦੀ ਬਿਜਲੀ ਪ੍ਰੋਡਿਊਸ ਕਰਦੇ ਹੋ ਤੇ 6 ਸੈਂਟ ਦੀ ਵੇਚਦੇ ਹੋ, ਸਬਸਿਡਾਈਜ਼ ਗਵਰਨਮੈਂਟ ਕਰੇ, ਉਹ ਜਿਹਾ ਪਲਾਨ ਸਾਡੇ ਕੋਲ ਨਹੀਂ ਹੈਗਾ ਤੇ ਨਾ ਹੀ ਹੋਣਾ। ਉਹਦਾ ਰੀਜ਼ਨ ਇਹ ਆ ਵੀ ਜੇ ਤਾਂ ਤੁਸੀਂ ਇਫ ਯੂ ਕੈਨ ਪ੍ਰੋਡਿਊਸ ਇਟ ਐਂਡ ਮੇਕ ਇਟ ਅ ਪ੍ਰੋਫਿਟੇਬਲ ਵੈਂਚਰ ਲਾਈਕ ਅਦਰਸ, ਜਿਵੇਂ ਆਪਣੇ ਰਿਟੇਲ ਦੇ ਨੇ, ਦੂਜੇ ਬਿਜ਼ਨਸ ਨੇ, ਜੇ ਇਟ ਮੇਕਸ ਅ ਬਿਜ਼ਨਸ ਸੈਂਸ, ਤੁਹਾਨੂੰ ਲੱਗਦਾ ਕਿ ਇਹ ਜਿਹੜਾ ਬਿਜ਼ਨਸ ਮਾਡਲ ਆ ਫਿਊਚਰ 'ਚ ਵੀ ਸਕਸੈਸ ਹੋ ਸਕਦਾ ਤੇ ਕੰਪਨੀ ਇਹਦੇ ਤੇ ਸਕਸੈਸਫੁਲ ਹੋ ਸਕਦੀ ਆ। ਗਵਰਨਮੈਂਟ ਦਾ ਕੰਮ ਹੁੰਦਾ ਰੈਡ ਟੇਪ ਨੂੰ ਸਾਡੀ ਦਾ ਹੈਗਾ ਰਿਡਿਊਸ ਕਰਨਾ। ਜੇ ਉਹਦੇ 'ਚ ਕੋਈ ਬੰਦੇ 'ਚ ਕੋਈ ਸਾਡੀ ਰੈਗੂਲੇਟਰੀ ਹੋਈ, ਉਹ ਅਸੀਂ ਠੀਕ ਕਰ ਦਾਂਗੇ। ਸਰਕਾਰ ਦਾ ਬੇਸਿਕਲੀ ਕੰਮ ਤੇ ਇਹੀ ਹੋਣਾ ਚਾਹੀਦਾ ਕਿ ਉਹਨੂੰ ਇੱਕ ਮਾਹੌਲ ਬਣਾ ਕੇ ਦੇਵੇ ਕਿ ਉਹਨੂੰ ਬਿਜ਼ਨਸ ਕਰਨ ਵਾਸਤੇ, ਨਾ ਕਿ ਬਿਜ਼ਨਸ ਕਰਨ। ਪਰ ਉਹ ਕਹਿਣ ਵੀ ਉੱਥੇ ਅਸੀਂ ਇੰਨੀ ਸਬਸਿਡੀ ਲੈਂਦੇ ਹਾਂ, ਤੁਸੀਂ ਵੀ ਤਾਂ ਉਹ ਨਹੀਂ ਅਸੀਂ ਸਬਸਿਡੀ ਦੇਣੀ। ਉਹ ਸਬਸਿਡੀਆਂ ਉੱਥੇ ਵੀ ਫੇਲ ਹੋਈਆਂ ਨੇ, ਇੱਥੇ ਵੀ ਫੇਲ ਹੋਣਗੀਆਂ ਜੀ। ਉਹਦੇ ਪੱਲੇ ਪਾਉਣ ਵਾਲੀ ਗੱਲ ਹੀ ਹੋਈ। ਹਾਂ ਵੀ ਉਹਦੇ ਅਸੀਂ ਤਾਂ ਪਹਿਲਾਂ ਹੀ ਇੰਨੇ ਕਰਜ਼ੇ ਥੱਲੇ ਆਏ ਹੋਏ ਆ, ਹੋਰ ਕਿੱਥੇ ਆਵਾਂ। ਜੇ ਉਹਨਾਂ ਕੋਲ ਬਿਜ਼ਨਸ ਮਾਡਲ ਹੈਗਾ ਡੈਫੀਨੇਟਲੀ, ਜੇ ਹੁਣ ਤੁਸੀਂ ਕਾਨੂੰ ਕਹਿੰਦੇ ਹੋ ਟੈਸਲਾ ਵਾਲੇ ਸਾਡੇ ਇੱਥੇ ਅਲਬਰਟਾ 'ਚ ਫੈਕਟਰੀ ਲਾਉਣਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਰੋਕਾਂਗੇ ਥੋੜੀ। ਪਰ ਇਹ ਗੱਲ ਨੂੰ ਮੈਂ ਕਿਵੇਂ ਮੰਨ ਲਵਾਂ ਕਿ ਜਿਹੜੀ ਸਾਡੀ ਸਿੰਗਲ ਸੋਰਸ ਇੰਡਸਟਰੀ ਆ, ਜਿਹਦੇ ਕੋਲ ਸਾਡੇ ਕੋਲ ਟਾਈਮ ਦੇ ਅਗੇਂਸਟ ਚੱਲ ਰਹੀ ਆ 15-20 ਸਾਲ 30 ਸਾਲ ਪਤਾ ਨਹੀਂ ਕਿੰਨਾ ਚਿਰ ਹੈਗੀ ਆ, ਤੇ ਉਹਨੂੰ ਖਰਾਬ ਕਰਨ ਲਈ ਅਸੀਂ ਸਬਸਿਡੀਆਂ ਦੂਜੇ ਪਾਸੇ ਦੇਣ ਲੱਗ ਜੀ। ਨਹੀਂ, ਦੂਜੀ ਗੱਲ ਇਹ ਵੀ ਪੁੱਛਣਾ ਚਾਹੁੰਦਾ ਤੁਸੀਂ ਕਿੰਨੇ ਕੁ ਹੋਪਫੁਲ ਹੈਗੇ ਹੋ ਕਿ ਆਇਲ ਐਂਡ ਗੈਸ ਜਿਹੜੀ ਹੈਗੀ ਪੇ ਦੇ ਪ੍ਰਾਈਸਿਸ ਵਧਣਗੇ ਜਾਂ ਸਸਟੇਨ ਰਹਿਣਗੇ, ਜਾਂ ਕਿਸ ਤਰ੍ਹਾਂ ਦਾ ਤੁਹਾਡਾ ਸਿਨੈਰੀਓ ਤੁਸੀਂ ਸੋਚਦੇ ਹੈਗੇ? ਇਵੈਂਚੁਅਲੀ ਦੇਖੋ ਪ੍ਰਾਈਸ ਤਾਂ ਨਾਰਮਲ ਹੋਣਗੇ, ਮੈਂ ਨਹੀਂ ਕਹਿੰਦਾ ਵੀ ਐਡੇ ਵੱਡੇ ਬੂਮ ਆਉਣਗੇ ਜੇ ਸਥਿਤੀ ਇਹੀ ਰਹਿੰਦੀ ਆ, ਪਰ ਵਿਗੜਦੀ ਦਾ ਵੀ ਨਹੀਂ ਪਤਾ ਲੱਗਦਾ, ਚੰਗੀ ਹੁੰਦੀ ਦਾ ਵੀ ਨਹੀਂ ਪਤਾ ਲੱਗਦਾ। ਕਈ ਹਾਲਾਤਾਂ ਆਪਾਂ ਦੇਖੀਆਂ ਨੇ, ਇਰਾਕ ਵਾਰ ਵੇਲੇ ਆਇਲ ਪ੍ਰਾਈਸਿਸ ਬਹੁਤ ਹਾਈ ਹੋ ਰਹੇ ਸੀ, ਪਰ ਪਹਿਲਾਂ ਉਹ ਪ੍ਰੈਡਿਕਟੇਬਲ ਨਹੀਂ ਸੀਗੇ, ਹੁਣ ਕਰੋਨਾ ਵਾਇਰਸ ਕਰਕੇ ਬਹੁਤ ਹੀ ਡਾਊਨ ਚਲੇ ਗਏ ਨੇ। ਸੋ ਨਾਰਮਲ ਪ੍ਰਾਈਸ ਹੋਣਗੇ, ਨਾਰਮਲ ਹੋਣੇ ਵੀ ਚਾਹੀਦੇ ਨੇ। ਮੇਰਾ ਖਿਆਲ ਆ ਜਿਹੜੀ ਰਸ਼ੀਆ ਤੇ ਉਹਦੀ ਲੜਾਈ ਚੱਲ ਰਹੀ ਆ, ਸ਼ਾਇਦ ਅਸੀਂ ਟਾਰਗੇਟ ਨਾ ਹੋਈਏ ਜੀ, ਅਸੀਂ ਟਾਰਗੇਟ ਨਾ ਹੋਈਏ, ਟਾਰਗੇਟ ਸ਼ਾਇਦ ਅਮਰੀਕਾ ਹੋਵੇ, ਕਿਉਂਕਿ ਉਹਨਾਂ ਦੀ ਸ਼ੇਲ ਗੈਸ ਇੰਡਸਟਰੀ ਨੂੰ ਵੀ ਉਹ ਹਟ ਕਰ ਰਹੇ ਨੇ। ਸੋ ਜਦੋਂ ਕੋਈ ਇੰਡਸਟਰੀ ਇਹੋ ਜਿਹਾ ਡਿਸੀਜਨ ਲਊਗੀ ਤਾਂ ਨੈਚੁਰਲੀ ਸਾਡੀ ਇੰਨੀ ਕਪੈਸਿਟੀ ਨਹੀਂ ਹੈਗੀ ਕਿ ਅਸੀਂ ਜੇ ਕੈਨੇਡੀਅਨ ਟੈਰਿਫ ਲਾ ਦਈਏ ਆਇਲ ਤੇ ਤਾਂ ਉਹਨਾਂ ਨੂੰ ਕੋਈ ਫਰਕ ਪਊਗਾ। ਪਰ ਸਾਨੂੰ ਅਸੀਂ ਕੈਨੀ ਸਾਹਿਬ ਕਾਫੀ ਗਵਰਨਰਸ ਨਾਲ ਉੱਥੇ ਸਟੇਟਸ ਦੇ ਨਾਲ ਗੱਲ ਕਰ ਰਹੇ ਨੇ ਤੇ ਬਿਊਰੋਕ੍ਰੇਸੀ ਨਾਲ ਵੀ ਗੱਲ ਕਰ ਰਹੇ ਨੇ ਵੀ ਕਿਤੇ ਨਾ ਕਿਤੇ ਜਿੰਨਾ ਉਹਨਾਂ ਨੇ ਐਤਕੀ ਅਸਰ ਪਾਇਆ ਉਸ ਨੂੰ ਰੋਕਣ ਦੇ ਲਈ ਕੋਈ ਨਾਰਥ ਅਮਰੀਕਾ ਦਾ ਇੱਕ ਇਹੋ ਜਿਹਾ ਬਣਾਇਆ ਜਾਵੇ ਸਟੈਂਡਰਡ ਫਾਰਮੂਲਾ ਕਿ ਅਸੀਂ ਜਿਹੜਾ ਇੰਪੋਰਟ ਕਰ ਰਹੇ ਹਾਂ ਉਹਨਾਂ ਤੋਂ ਆਇਲ, ਉਹਦੇ ਤੇ ਟੈਰਿਫ ਲਾਏ ਜਾਣ, ਇੱਕ ਸਟੈਂਡਰਡ ਫਿਕਸ ਪ੍ਰਾਈਸ ਵੀ ਲਾਇਆ ਜਾਵੇ ਆਇਲ ਦਾ, ਵੀ ਜਿਹੜਾ
ਜਦੋਂ ਸਾਨੂੰ ਲੋੜ ਪੈਂਦੀ ਆ, ਕਿਉਂਕਿ ਸਾਡੀ ਇਕੱਲੇ ਅਲਬਰਟਾ ਦੀ ਨਹੀਂ, ਅਮਰੀਕਾ ਦੀ ਵੀ ਇੰਡਸਟਰੀ ਬਹੁਤ ਖਤਮ ਹੋਈ ਆ, ਸ਼ੇਲ ਗੈਸ ਇੰਡਸਟਰੀ ਤਾਂ ਬੇਸਿਕਲੀ ਉਹਨੂੰ ਵੀ ਹਟ ਕਰ ਰਹੇ ਨੇ। ਸੋ ਉਮੀਦ ਹੈਗੀ ਆ, ਕਿਉਂਕਿ ਨਾਰਥ ਅਮਰੀਕਾ ਦੇ ਜਦੋਂ ਆਪਾਂ ਗੱਲ ਕਰਦੇ ਆ ਤੇ ਵਰਲਡ ਦੀਆਂ ਵੱਡੀਆਂ ਇਕਨੋਮੀਆਂ ਦੇ ਵਿੱਚੋਂ ਆਉਂਦੇ ਆ, ਰਿਸੋਰਸਫੁਲ ਵੀ ਹੈਗੇ ਆ, ਤੇ ਅਮਰੀਕਾ ਦੀ ਗੱਲ ਦੂਜੇ ਦੇਸ਼ ਵੀ ਸੁਣਦੇ ਨੇ। ਸੋ ਉਮੀਦ, ਮੈਨੂੰ ਤਾਂ ਉਮੀਦ ਇਹੀ ਆ ਕਿ ਵੀ ਆਈ ਥਿੰਕ ਜਿਹੜੇ ਹੁੰਦੇ ਨਾ ਦਿਮਾਗ ਸਹੀ ਹੋਣਗੇ, ਜਿਹੜੀ ਉਹਨਾਂ ਨੇ ਸਾਰੇ ਸੰਸਾਰ ਦੇ ਵਿੱਚ ਭੜਤੂ ਪਾਇਆ ਹੋਇਆ, ਉੱਧਰੋਂ ਇੱਕ ਬਿਮਾਰੀ ਫੈਲੀ ਹੋਈ ਆ। ਸੋ ਕੂਲਰ ਹੈਡ ਵਿਲ ਪ੍ਰੀਵੇਲ, ਤੇ ਲੱਗਦਾ ਵੀ ਛੇਤੀ ਹੀ ਉਹ ਦਿਨ ਦੇਖਾਂਗੇ ਜਿੱਥੇ ਆਇਲ ਦੇ ਪ੍ਰਾਈਸ ਨਾਰਮਲ ਹੋਣਗੇ ਤੇ ਸਾਡੇ ਇਕਨੋਮਿਕ ਤੇ ਜਿਹੜੀ ਸਿਹਤ ਸੰਬੰਧੀ ਹਾਲਤ ਨੇ ਉਹ ਵੀ ਨਾਰਮਲ ਹੋਣਗੇ। ਇੱਥੇ ਲਾਸਟ ਦੇ ਵਿੱਚ, ਕਿਉਂਕਿ ਤੁਸੀਂ ਬਿਜ਼ੀ ਹੈਗਾ, ਜਾਣਾ ਹੈਗਾ ਤੁਸੀਂ, ਤੇ ਇੱਥੇ ਲਾਸਟ 'ਚ ਜ਼ਰੂਰ ਮੈਂ ਪੁੱਛਣਾ ਚਾਹਾਂਗਾ ਆਪਣੇ ਦਰਸ਼ਕਾਂ ਦੇ ਵਾਸਤੇ, ਕੀ ਉਹਨਾਂ ਨੂੰ ਕਹਿਣਾ ਚਾਹੋ ਕਿ ਕੋਵਿਡ-19 ਨੂੰ ਵੀ ਕਿਸ ਤਰ੍ਹਾਂ ਆਪਾਂ ਫੇਸ ਕਰੀਏ, ਪਲੱਸ ਕਿ ਇਹ ਜਿਹੜਾ ਔਖਾ ਟਾਈਮ ਸਾਡੇ ਡਬਲ ਔਖਾ ਟਾਈਮ, ਟ੍ਰਿਪਲ 4 ਗੁਣਾ ਜਿਹੜਾ ਹੈਗਾ ਔਖਾ ਟਾਈਮ ਅਲਬਰਟਨਸ ਸਪੈਸ਼ਲੀ ਆ ਰਿਹਾ ਹੈਗਾ, ਇਸ ਨੂੰ ਆਪਾਂ ਕਿਸ ਤਰ੍ਹਾਂ ਜਿਹੜਾ ਹੈਗਾ ਫੇਸ ਕਰ ਸਕਦੇ, ਕਿਸ ਤਰ੍ਹਾਂ ਦੀ ਸਪੋਰਟ ਲੋਕੀ ਤੁਹਾਡੀ ਕਰ ਸਕਦੇ ਹੈਗੇ? ਦੇਖੋ, ਇਹ ਗੱਲ ਸੱਚੀ ਆ ਕਿ ਅਸੀਂ ਕਾਫੀ ਮੁਸ਼ਕਲ ਹਾਲਤਾਂ ਦੇ ਵਿੱਚੋਂ ਨਿਕਲ ਰਹੇ ਹਾਂ। ਜਿਹੜੀ ਸਿਹਤ ਸੰਬੰਧੀ ਹਾਲਤਾਂ ਦੇ ਵਿੱਚੋਂ ਅਲਬਰਟਨਸ ਦਾ, ਕੈਲਗਰੀ ਨਿਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਡਿਸਿਪਲਿਨ ਉਹਨਾਂ ਨੇ ਪਿਛਲੇ ਆਲਮੋਸਟ ਕਈ ਹਫ਼ਤਿਆਂ ਤੋਂ ਦਿਖਾਇਆ, ਉਹ ਡਿਸਿਪਲਿਨ ਦੇ ਨਾਲ ਅਲਬਰਟਨਸ ਦੇ ਵਿੱਚ ਜਿਹੜੇ ਅੱਜ ਦੇ ਹਾਲਤ ਨੇ ਉਹ ਦੂਜੇ ਦੇਸ਼ਾਂ, ਦੂਜੇ ਸੂਬਿਆਂ ਦੇ ਨਾਲੋਂ ਬਹੁਤ ਵਧੀਆ ਨੇ। ਲੋਕਾਂ ਦੇ ਵਿੱਚ, ਸਾਡੇ ਦੇ ਵਿੱਚ ਕੌਨਫੀਡੈਂਸ ਆ ਕਿ ਕਿਸੇ ਨਾ ਕਿਸੇ ਜਿਹੜੇ ਅਸੀਂ ਕਦਮ ਲਏ ਸਨ ਉਹਨਾਂ ਦੇ ਉੱਤੇ ਕਾਮਯਾਬ ਹੋਏ ਹਾਂ, ਪਰ ਹਜੇ ਵੀ ਸਾਨੂੰ ਸ਼ੱਕ ਆ ਕਿ ਅਸੀਂ ਪੀਕ ਤੇ ਨਹੀਂ ਪਹੁੰਚੇ। ਇਹ ਪੀਕ ਕਦੇ ਵੀ ਆ ਸਕਦੀ ਆ। ਸੋ ਮੌਸਮ ਬਦਲ ਰਿਹਾ, ਮੌਸਮ ਬਦਲਣ ਦੇ ਨਾਲ ਲੋਕਾਂ ਨੇ ਬਾਹਰ ਵੀ ਨਿਕਲਣਾ, ਅਲਬਰਟਨਸ ਨੇ ਬਾਹਰ ਵੀ ਜਾਣਾ। ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਕਿ ਜਿਹੜਾ ਡਿਸਿਪਲਿਨ ਤੁਸੀਂ ਹੁਣ ਤੱਕ ਰੱਖਿਆ, ਇਹੀ ਡਿਸਿਪਲਿਨ ਫੇਰ ਰੱਖੋ। ਆਪਣੀ ਜਿਹੜੀ ਹਾਈਜੀਨਿਕ ਤੇ ਜਿਹੜੇ ਪਰਸਨਲ ਅਸੀਂ ਯੂਜ਼ ਕਰ ਰਹੇ ਹਾਂ, ਜਿਹੜੇ ਪ੍ਰੋਸੀਜਰ ਯੂਜ਼ ਕਰ ਰਹੇ ਹਾਂ, ਹੱਥਾਂ ਨੂੰ ਬਾਰ-ਬਾਰ ਧੋਣਾ, ਹੱਥਾਂ ਨੂੰ 20 ਸਕਿੰਟ ਧੋਣਾ, ਗਰਮ ਪਾਣੀ ਦੇ ਨਾਲ ਧੋਣਾ, ਉਸ ਤੋਂ ਬਾਅਦ ਨੱਕ ਨੂੰ, ਅੱਖ ਨੂੰ ਨਹੀਂ ਟੱਚ ਕਰਨਾ, ਕਿਉਂਕਿ ਜਿਹੜੇ ਲੱਛਣ ਨੇ ਜਾਂ ਸਿੰਪਟਮਸ ਨੇ ਇਹ ਕਈ ਬੰਦਿਆਂ ਦੇ ਵਿੱਚ ਆਉਂਦੇ ਨੇ, ਕਈਆਂ 'ਚ ਨਹੀਂ ਆਉਂਦੇ। ਜੇ ਤੁਹਾਡੇ ਵਿੱਚ ਕੋਈ ਸਿੰਪਟਮ ਆਉਂਦੇ ਨੇ, ਤੁਹਾਨੂੰ ਬੁਖਾਰ ਹੁੰਦਾ, ਖੰਘ ਹੁੰਦਾ ਜਾਂ ਸਾਹ ਲੈਣ ਦੇ ਵਿੱਚ ਪ੍ਰੋਬਲਮ ਆਉਂਦੀ ਆ, ਤਾਂ ਤੁਸੀਂ ਹੈਲਥ ਲਿੰਕ ਦੇ ਵਿੱਚ 811 ਤੇ ਕਾਲ ਕਰ ਸਕਦੇ ਹੋ। ਕੈਲਗਰੀ ਨਿਵਾਸੀ ਸਾਰੇ ਹੀ ਤੁਸੀਂ ਟੈਸਟ ਕਰਵਾਓ। ਜੇ ਟੈਸਟ ਤੁਹਾਨੂੰ ਲੱਗਦਾ ਕਿ ਤੁਹਾਡਾ ਜੇ ਟੈਸਟ ਪੋਜ਼ਿਟਿਵ ਆਉਂਦਾ ਚਾਹੇ ਨੈਗੇਟਿਵ ਆਉਂਦਾ, ਉਸ ਤੋਂ ਬਾਅਦ ਵੀ ਤੁਹਾਨੂੰ ਡਿਸਿਪਲਿਨ ਫਿਰ ਵੀ ਰੱਖਣਾ ਪੈਣਾ। ਜਿੰਨੀ ਛੇਤੀ ਇਸ ਦੀ ਅਸੀਂ ਪਛਾਣ ਕਰਾਂਗੇ ਕਿਹੜੇ ਅਲਬਰਟਨ ਸਾਡੇ ਉਸ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ। ਕਈ ਗੱਲਾਂ ਚੱਲ ਰਹੀਆਂ ਨੇ ਵੈਕਸੀਨ ਦੀਆਂ, ਕਈ ਸਟੇਜਸ 'ਤੇ ਡਿਫਰੈਂਟ ਟਰਾਇਲਸ ਚੱਲ ਰਹੇ ਨੇ। ਹੋ ਸਕਦਾ ਥੈਰਾਪੈਟਿਕ ਕੋਈ ਮੈਡੀਕੇਸ਼ਨ ਵੀ ਚੱਲਦੀ ਹੋਵੇ, ਪਲਾਜ਼ਮਾ ਥੈਰੇਪੀ ਦੀ ਵੀ ਗੱਲ ਕੀਤੀ ਜਾ ਰਹੀ ਆ, ਪਰ ਜਿੰਨਾ ਚਿਰ ਹਜੇ ਤੱਕ ਕੋਈ ਗੱਲ ਨਹੀਂ ਆਉਂਦੇ ਉਸ ਦੇ ਬਾਰੇ ਇੱਕੋ ਹੀ ਗੱਲ ਕਰ ਸਕਦੇ ਹਾਂ, ਅਸੀਂ ਆਪਣੇ ਪਰਿਵਾਰ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਇੱਕ ਡਿਸਿਪਲਿਨ ਦੇ ਵਿੱਚ ਰਹਿ ਕੇ ਇਹ ਜਿਹੜੀ ਮਹਾਂਮਾਰੀ ਫੈਲੀ ਹੋਈ ਹੈ, ਪੈਂਡੇਮਿਕ ਫੈਲਿਆ ਹੋਇਆ, ਇਸ ਦਾ ਮੁਕਾਬਲਾ ਕਰਾਂਗੇ। ਅਸੀਂ ਅਲਬਰਟਨਸ ਹਮੇਸ਼ਾ ਹੀ ਬਹੁਤ ਤਾਕਤਵਰ ਰਹੇ ਹਾਂ। ਡਿਸਿਪਲਿਨ ਦਿਖਾ ਕੇ ਇਸ ਬਿਮਾਰੀ ਦਾ ਮੁਕਾਬਲਾ ਕਰਾਂਗੇ ਤੇ ਇਸ ਦੇ ਉੱਪਰ ਕਾਮਯਾਬੀ ਵੀ ਪਾਵਾਂਗੇ। ਬਹੁਤ ਧੰਨਵਾਦ। ਥੈਂਕ ਯੂ। ਤੇ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਏ, ਸਮਾਂ ਕੱਢਿਆ ਤੇ ਦਰਸ਼ਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਕਿ ਲੋਕਾਂ ਨੂੰ ਜਿਹੜੇ ਹੈਗੇ ਅਪਡੇਟ ਮਿਲਦੀ ਰਹੇ। ਇੱਥੇ ਦੂਰ ਸਾਹਿਬ ਇਹ ਮੈਂ ਜ਼ਰੂਰ ਗੱਲ ਕਹਿਣਾ ਚਾਹਾਂਗਾ, ਜਿਵੇਂ ਆਪਾਂ ਕਹਿੰਦੇ ਅਲਬਰਟਨ ਸਪੋਰਟ ਕਰ ਰਹੇ ਕਿ ਤੁਸੀਂ ਦੇਖੋ ਆਪਾਂ ਇੱਥੇ ਜਿਹੜਾ ਨਾਰਥ ਈਸਟ ਦਾ ਹੱਬ ਹੈਗਾ, ਏਜੰਸੀ ਸੈਂਟਰ ਦੇ ਵਿੱਚ ਅਸੀਂ ਖੜੇ ਹੋਏ ਹੈਗੇ ਆ। ਇੱਥੇ ਕੋਈ ਵੀ ਬੰਦਾ ਨਹੀਂ ਹੈਗਾ, ਕੋਈ ਵੀ ਜਿਵੇਂ ਕਹਿੰਦੇ ਚਿੜੀ ਨਹੀਂ ਫੜਕ ਰਹੀ ਹੈਗੀ, ਨਹੀਂ ਹੁੰਦੀਆਂ, ਸਿਰਫ ਅਸੀਂ ਹੈਗੇ ਆ, ਕੋਈ ਵੀ ਗੱਡੀ ਨਹੀਂ ਹੈਗੀ। ਤੇ ਇੱਥੋਂ ਪਤਾ ਲੱਗਦਾ ਕਿ ਲੋਕੀ ਸਪੋਰਟ ਕਰ ਰਹੇ ਹੈਗੇ ਨੇ, ਲੋਕੀ ਘਰਾਂ ਦੇ ਵਿੱਚ ਰਹਿ ਰਹੇ ਹਨ। ਇਸੇ ਤਰ੍ਹਾਂ ਲੋਕਾਂ ਦਾ ਜਿਹੜਾ ਸਹਿਯੋਗ ਰਹੇਗਾ ਤੇ ਮੈਨੂੰ ਲੱਗਦਾ ਕਿ ਇਸ ਜਿਹੜੀ ਸਾਨੂੰ ਪਰੇਸ਼ਾਨੀ ਆਈ ਹੈ, ਸਮੱਸਿਆ ਆਈ ਹੈ, ਤੋਂ ਆਪਾਂ ਛੇਤੀ ਜਿਹੜਾ ਹੈਗਾ ਨਿਜਾਤ ਪਾ ਲਾਂਗੇ। ਤੇ ਤੂਰ ਸਾਹਿਬ ਇੱਕ ਵਾਰੀ ਫਿਰ ਤੁਹਾਡਾ ਬਹੁਤ ਧੰਨਵਾਦ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।